ਸਾਵਨ ਕੀ ਕਥਾ ਕੁਛ ਕਹੈ। ਬਾਕੀ ਕਵੀ ਜੀ ਕਹਿੰਦੇ ਭਾਈ ਸਾਵਣ ਮਲ ਜੀ ਜਿਹੜੇ ਹਰੀਪੁਰ ਗਏ ਹੋਏ ਜਿਨ੍ਹਾਂ ਲੱਕੜ ਭੇਜੀ ਹੈ, ਉਹਨਾਂ ਦੀ ਕੁਝ ਕੁ ਕਥਾ ਕਹਿੰਦੇ ਉੱਥੋਂ ਦੀ ਬਾਕੀ ਰਹਿੰਦੀ ਹੈ। ਜੋ ਸਰੋਤਾ ਸੁਨਹਸ ਜਸ ਗੁਰ ਕੀਰ। ਹਾਂ, ਕਵੀ ਜੀ ਕਹਿੰਦੇ ਸਰੋਤਾ ਜਣੋ ਉਹ ਜਿਹੜੇ ਹਨ ਭਾਈ ਸਾਵਣ ਮਲ ਜੀ, ਉਹਨਾਂ ਦੀ ਵੀ ਕੁਝ ਉੱਥੋਂ ਦੀ ਕਥਾ ਜਿਹੜੀ ਬਾਕੀ ਪ੍ਰਸੰਗ ਰਹਿੰਦਾ ਹੈ, ਉਹ ਸੁਣੋ, ਜਿਹਦੇ ਵਿੱਚ ਦੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਵਡਿਆਈ ਦਿਸੇਗੀ, ਸੁਣੀ ਜਾਵੇਗੀ। ਸਾਦਰ ਬਾਸ ਹਰੀਪੁਰ ਕੀਨਸ। ਭਾਈ ਸਾਵਣ ਮਲ ਜੀਆਂ ਨੇ ਜਦੋਂ ਫਿਰ ਰਾਜ ਦਾ ਪੁੱਤਰ ਜਿਉਂਦਾ ਕੀਤਾ, ਬੜੇ ਸਤਿਕਾਰ ਦੇ ਨਾਲ ਇਹਨਾਂ ਰੱਖਿਆ ਰਾਜੇ ਹੁਣਾਂ ਨੇ, ਤੇ ਬੜੇ ਸਤਿਕਾਰ ਸਹਿਤ ਰਹਿ ਰਿਹਾ ਹੈ। ਮਨਤਾ ਜਿਸ ਕੀ ਹੋਤ ਬਡੇਰ। ਬੜੀ ਭਾਰੀ ਮਨਤਾ ਭਾਈ ਸਾਵਣ ਜੀ ਦੀ ਹੋ ਰਹੀ ਹੈ। ਜਬ ਰਾਜਾ ਤਿਹ ਚਰਨ ਪਖਾਰੇ। ਜਦੋਂ ਰਾਜਾ ਹੈ ਭਾਈ ਸਾਵਣ ਮਲ ਦੇ ਚਰਨ, ਰਾਜੇ ਆਪ ਚਾ ਪੈਰ ਧੋਂਦਾ ਹੈ ਭਾਈ ਸਾਵਣ ਮਲ ਦੇ। ਕਵੀ ਜੀ ਕਹਿੰਦੇ ਜਿੱਥੇ ਰਾਜਾ ਸਾਵਣ ਮਲ ਦੇ ਪੈਰ ਧੋਂਦਾ ਹੋਵੇ, ਅਪਰਨ ਕੀ ਗਿਣਤੀ ਕਿਆ ਹੇਰ। ਤੇ ਦੂਜਿਆਂ ਦੀ ਗਿਣਤੀ ਕੀ ਕਰੀਏ। ਜਿੱਥੇ ਰਾਜਾ ਹੀ ਉਹ ਭਾਈ ਸਾਵਣ ਮਲ ਦੇ ਪੈਰੀ ਪਿਆ ਹੋਇਆ, ਤੇ ਦੂਜਿਆਂ ਤੀਜਿਆਂ ਨੇ ਤਾਂ ਸਾਰਿਆਂ ਨੇ ਚਰਨੀ ਪੈਣਾ ਹੀ ਹੈ। ਬੰਦਨ ਕਰਹਿ ਬ੍ਰਿੰਦ ਨਰ ਮਿਲ ਮਿਲ। ਹੋਰ ਸਾਰੇ ਹੀ ਭਾਈ ਸਾਵਣ ਮਲ ਦੇ ਦਰਸ਼ਨ ਕਰਨ ਆਉਂਦੇ ਆ। ਭਾਈ ਸਾਵਣ ਮਲ ਜੀ ਮਹਿਲਾਂ ਵਿੱਚ ਬੈਠੇ ਸੋਹਣਾ ਆਸਣ ਲਾ ਕੇ, ਤੇ ਦਰਸ਼ਨ ਕਰਨ ਵਾਸਤੇ ਇੱਥੋਂ ਦੇ ਲੋਕ ਆਉਂਦੇ ਹਨ। ਕਰ ਜੋ ਰਹਿ ਕਰ ਭਾਉ ਕਨੇਰ। ਬੜਾ ਪ੍ਰੇਮ ਕਰਕੇ ਸਾਰੇ ਹੀ ਭਾਈ ਸਾਵਣ ਮਲ ਜੀ ਦੇ ਅੱਗੇ ਹੱਥ ਜੋੜ ਜੋੜ ਮੱਥੇ ਟੇਕਦੇ ਆ। ਤਰਹਿ ਕੰਮ ਨਾ ਜਾਚਹਿ ਆਨ। ਤੇ ਜਦੋਂ ਵੀ ਕੋਈ ਮੰਗ ਕਰਦਾ ਭਾਈ ਸਾਵਣ ਮਲ ਜੀ ਤੋਂ, ਕੋਈ ਇੱਛਾ ਕਰਦਾ, ਵਸਤੂ ਮੰਗਦਾ ਹੈ, ਤਿਸ ਰੁਮਾਲ ਤੇ ਪੂਰ ਗ੍ਰੰਥ। ਤੇ ਭਾਈ ਸਾਵਣ ਮਲ ਜੀ ਦੇ ਕੋਲ ਹੁਣ ਰੁਮਾਲ ਹੈ ਗੁਰੂ ਅਮਰਦਾਸ ਜੀ ਮਹਾਰਾਜ ਦਾ। ਉਹ ਰੁਮਾਲ ਨੂੰ ਫਿਰ ਵਰਦਾਨ ਵੀ ਦਿੱਤਾ ਸੀ ਵੀ ਕੱਲਾ ਇਹ ਜੀਵਨ ਮਰਨ ਹੀ ਨਹੀਂ, ਜੇ ਕਿਸੇ ਵੀ ਵਸਤੂ ਦੀ ਲੋੜ ਹੋਈ ਇਹ ਹੀ ਤੇਰੀ ਪੂਰੀ ਇੱਛਾ ਕਰ ਦੇਵੇਗਾ। ਉਹ ਰੁਮਾਲ ਦੇ ਸਦਕਾ ਫਿਰ ਭਾਈ ਸਾਵਣ ਮਲ ਜੀ ਜੋ ਵੀ ਕੋਈ ਮੰਗਦਾ, ਉਹ ਝੱਟ ਹੀ ਉਹਦੀ ਇੱਛਾ ਪੂਰੀ ਕਰੀ ਜਾਂਦੇ ਆ। ਸੁਤ ਬਿਤ ਕੀ ਕਹਿ ਤਨ ਅਰੋਗ ਕੀ। ਹਾਂ, ਜਾ ਚਾਹੇ ਕਵੀ ਜੀ ਕਹਿੰਦੇ ਕੋਈ ਪੁੱਤਰ ਮੰਗਦਾ ਨੂੰ ਪੁੱਤਰ ਮਿਲ ਜਾਂਦਾ ਹੈ, ਜੇ ਕੋਈ ਧਨ ਮੰਗਦਾ ਹੈ, ਕੋਈ ਨੌਕਰੀ ਜਾਂ ਕਿਸੇ ਵੀ ਤਰ੍ਹਾਂ ਦਾ ਵਸਤੂ ਮੰਗੇ ਝੱਟ ਹੀ ਪੂਰੀ ਕਰ ਦਿੰਦੇ ਆ। ਇਤਿਆਦਿਕ ਪ੍ਰਾਪਤ ਹਰ ਖੰਤ। ਇਸ ਤੋਂ ਆਦਿਕ ਬਹੁਤ ਵਸਤੂਆਂ ਲੈ ਲੈ ਕੇ ਇੱਥੋਂ ਦੇ ਲੋਕ ਬੜੇ ਖੁਸ਼ ਹੁੰਦੇ ਆ। ਪਾਇਨ ਪਾਸ ਉਪਾਇਨ ਅਰਪਤ। ਤੇ ਆਣ ਆਣ ਕੇ ਨਾ ਚਰਨੀ ਬਹਿੰਦੇ ਆ, ਭਾਈ ਸਾਵਣ ਮਲ ਜੀ ਨੂੰ ਬੜੀਆਂ ਮਹਿੰਗੀਆਂ ਵਸਤੂਆਂ ਭੇਂਟ ਕਰਦੇ ਆ। ਸਰਬ ਦੇਸ਼ ਨਰ ਜਸ ਉਚਰੰਤ। ਸਾਰੇ ਦੇਸ਼ ਦੇ ਜਿਹੜੇ ਮਾਈ ਭਾਈ ਐ, ਉਹ ਸਾਵਣ ਮਲ ਜੀ ਦੀ ਬਹੁਤ ਸੋਭਾ ਕਰਨ ਲੱਗ ਪਏ ਆ। ਸਿੱਖੀ ਬਿਥਰੀ ਸਾਵਨ ਮਲ ਕੀ। ਤੇ ਸਾਵਣ ਮਲ ਦੀ ਸਿੱਖੀ ਸੇਵਕੀ ਜਿਹੜੀ ਉਹ ਸਾਰੀ ਇਸ ਰਿਆਸਤ ਵਿੱਚ ਫੈਲ ਰਹੀ ਹੈ। ਅਜਮਤ ਹੇਰਤ ਔਰ ਬਿਸਮੰਤ। ਤੇ ਕਿਉਂਕਿ ਸਾਰੇ ਹੀ ਭਾਈ ਸਾਵਣ ਮਲ ਜੀ ਦੀ ਅਜਮਤ ਸ਼ਕਤੀ ਵੇਖ ਵੇਖ ਕੇ ਹਿਰਦੇ ਵਿੱਚ ਬੜੇ ਹੈਰਾਨ ਹੁੰਦੇ ਆ ਵੀ ਬੜਾ ਕੌਤਕੀ ਹੈ ਭਾਈ, ਬੜੀ ਇਹਨਾਂ ਦੇ ਪਾਸ ਸ਼ਕਤੀ ਹੈ। ਇਹ ਵੇਖ ਵੇਖ ਕੇ ਸਾਰੇ ਹੀ ਹੈਰਾਨ ਹੋਈ ਜਾਂਦੇ ਆ। ਤੇ ਭਾਈ ਸਾਵਣ ਮਲ ਜੀ ਦੇ ਸਾਰੇ ਸਿੱਖ ਬਣ ਰਹੇ ਆ। ਰਾਜਾ ਰਾਨੀ ਤਰਾਸ ਕਰਤ ਬਹਾ। ਆ ਜਿਹੜਾ ਰਾਜਾ ਹੈ ਜਾਂ ਇਹਦੀ ਰਾਣੀ ਪਟਰਾਣੀ, ਉਹ ਵੀ ਬੜਾ ਡਰ ਮੰਨਦੀ ਹੈ ਤੇ ਬੜੇ ਇਹਦੇ ਭੈ ਵਿੱਚ ਰਹਿੰਦੇ ਆ। ਸੇਵਹਿ ਨਿਤ ਹੋਏ ਕਰ ਅਨੁਸਾਰ। ਇਹਨਾਂ ਦੀ ਆਗਿਆ ਅਨੁਸਾਰ ਰਹਿੰਦੇ ਆ ਰਾਜੇ ਰਾਣੀ ਵੀ, ਔਰ ਜਿਵੇਂ ਕਹਿੰਦੇ ਆ ਸਾਵਣ ਮਲ ਜੀ ਰਾਜਾ ਉਵੇਂ ਹੀ ਕਰਦਾ ਹੈ। ਬਹੁਤ ਮੋਲ ਕੇ ਵਸਤਰ ਮੰਗਾਵੈ। ਬੜੇ ਨਾਨਾ ਪ੍ਰਕਾਰ ਦੇ ਵਸਤਰ ਰਾਜਾ ਮੰਗਵਾ ਕੇ ਮਹਿੰਗੇ ਕਰਵਾਵੈ ਪੋਸ਼ਸ਼ ਸਭ ਚਾਰ। ਤੇ ਭਾਈ ਸਾਵਣ ਮਲ ਜੀਆਂ ਨੂੰ ਸੋਹਣੀਆਂ ਪੁਸ਼ਾਕਾਂ ਬਣਾ ਕੇ ਰਾਜਾ ਦਿੰਦਾ। ਨਿਤੀ ਨਵੀਂ ਪੁਸ਼ਾਕ ਭਾਈ ਸਾਵਣ ਮਲ ਜੀਆਂ ਦੇ ਪਾਈ ਹੁੰਦੀ ਹੈ। ਭੋਜਨ ਮਹਿ ਅਮੇਜ ਕਰ ਮੇਵੇ। ਤੇ ਹੋਰ ਜਿਹੜੇ ਆ ਭੋਜਨਾਂ ਦੇ ਵਿੱਚ ਮੇਵੇ ਗੁੰਨ ਕੇ ਦਿੱਤੇ ਜਾਂਦੇ ਆ, ਜਿਹੜੇ ਆ ਸੁੱਕੇ ਫਲ ਹੁੰਦੇ ਆ, ਬਦਾਮ ਕਾਜੂ ਆਦਿ ਕੇ ਭੋਜਨ ਦੇ ਵਿੱਚ ਪਰੋਸ ਕੇ ਭਾਈ ਸਾਵਣ ਮਲ ਜੀ ਨੂੰ ਦਿੱਤੇ ਜਾਂਦੇ ਆ। ਸ਼ੁਭ ਸਵਾਦਨ ਕੋ ਦੇਤ ਆਹਾਰ। ਇਹੋ ਜਿਹਾ ਸ਼ੁਭ ਚੰਗੇ ਸਵਾਦ ਦੇਣ ਵਾਲਾ ਪ੍ਰਸ਼ਾਦਾ ਦਿੱਤਾ ਜਾਂਦਾ ਹੈ। ਠਾਡੇ ਰਹਿ ਦਾਸ ਹਿਤ ਸੇਵਾ। ਤੇ ਜਿੰਨਾ ਸਮਾਂ ਉਹ ਭਾਈ ਸਾਵਣ ਮਲ ਜੀ ਚਾਹੇ ਬਰਾਜੇ ਹੋਣ ਚਾਹੇ ਬੈਠੇ ਹੋਣ, ਇੱਕ ਦੋ ਸੇਵਕ ਰਾਜੇ ਦੇ ਇਹਦੇ ਕੋਲ ਹੀ ਖੜੇ ਰਹਿੰਦੇ ਆ ਵੀ ਕਦੋਂ ਸਾਵਣ ਮਲ ਜੀ ਕੋਈ ਵਸਤੂ ਮੰਗਣ ਤੇ ਅਸੀਂ ਸੇਵਾ ਕਰੀਏ। ਰਾਜੇ ਨੇ ਪੱਕੀ ਡਿਊਟੀ ਲਾਈ ਹੋਈ, 2-4 ਸੇਵਕ ਜਿਹੜੇ ਆ
ਉਹ ਦਾਸ ਨੌਕਰ ਭਾਈ ਸਾਵਣ ਮਲ ਦੇ ਪੈਰਾਂ ਵੱਲ ਖਲੇ ਰਹਿੰਦੇ ਆ। ਹੁਕਮ ਦੇਹਿ ਸੋ ਕਰਹਿ ਸੁਧਾਰ। ਜਦੋਂ ਜਿਵੇਂ ਵੀ ਭਾਈ ਸਾਵਣ ਮਲ ਜੀ ਮੂੰਹੋਂ ਮਗਰੋਂ ਕੱਢਦੇ ਆ, ਤੁਰੰਤ ਹੀ ਉਹ ਕੰਮ ਕਰ ਦਿੰਦੇ, ਵਸਤੂ ਹਾਜ਼ਰ ਕਰ ਦਿੰਦੇ ਆ। ਆਸ ਪਦ ਉੱਚੋ ਜਬਹਿ ਪਹੁੰਚੋ। ਜਦੋਂ ਇਹੋ ਜਿਹੀ ਵੱਡੀ ਪਦਵੀ ਤੇ ਭਾਈ ਸਾਵਣ ਮਲ ਜੀ ਪਹੁੰਚੇ ਆ, ਇੰਨਾ ਮਾਣ ਵਡਿਆਈ ਸਤਿਕਾਰ ਜਦੋਂ ਮਿਲ ਰਿਹਾ, ਰਾਜਾ ਪੈਰ ਧੋਂਦਾ ਵਾ, ਰਾਣੀ ਭੈ ਵਿੱਚ ਰਹਿੰਦੀ ਹੈ, ਇੰਨਾ ਜਦੋਂ ਮਾਣ ਸਤਿਕਾਰ ਹੋ ਰਿਹਾ, ਐਡੀ ਪਦਵੀ ਨੂੰ ਪਹੁੰਚਿਆ ਹੈ। ਚਿਤ ਮਹਿ ਚਿਤਵਤ ਭਾਇਸ ਭਾਏ। ਤੇ ਮਨ ਵਿੱਚ ਭਾਈ ਸਾਵਣ ਮਲ ਜੀ ਨੇ ਵਿਚਾਰ ਕਰਨ ਲੱਗੇ ਇੱਕ ਦਿਨ, ਕਾਰਜ ਸੁਧਰ ਗਇਓ ਸਭ ਗੁਰੂ ਕੋ। ਇਹ ਭਾਈ ਸਾਵਣ ਮਲ ਜੀ ਸੋਚਦੇ ਆ ਵੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਤਾਂ ਹੁਣ ਕੰਮ ਪੂਰਾ ਹੋ ਗਿਆ। ਲੱਕੜਾਂ ਮੰਗਵਾਉਣੀਆਂ ਸੀ, ਲੱਕੜਾਂ ਗੋਇੰਦਵਾਲ ਪਹੁੰਚ ਗਈਆਂ ਹਨ। ਪਹੁੰਚਾਏ ਕਾਸ਼ਟ ਸਮੁਦਾਏ। ਆ ਬਹੁਤੀ ਲੱਕੜ ਮੰਗਵਾਈ ਸੀ ਮਹਾਰਾਜ ਜੀ, ਉਹ ਅਸੀਂ ਭੇਜ ਦਿੱਤੀ ਹੈ, ਇਥੋਂ ਰਾਜੇ ਨੇ ਭੇਜ ਦਿੱਤੀ ਹੈ। ਪੁਰ ਕੇ ਘਰ ਸਭ ਉਸਰ ਪਰਹਿੰਗੇ। ਤੇ ਉਹ ਇੰਨੀ ਲੱਕੜ ਭੇਜੀ ਦਿੱਤੀ ਆ, ਰਾਜੇ ਨੇ ਭੇਜ ਦਿੱਤੀ ਆ ਵੀ ਸਾਰੇ ਪਿੰਡ ਦੇ ਘਰ ਚਾਹੇ ਦੁਬਾਰਾ ਹੀ ਢਾਹ ਕੇ ਬਣਾ ਲੈਣ, ਬਹਰੋ ਕੁਛ ਬਾਕੀ ਬਚ ਜਾਏ। ਔਰ ਘਰ ਸਾਰਾ ਪਿੰਡ ਵੀ ਨਵਾਂ ਬਣਾ ਕੇ ਤਾਂ ਵੀ ਲੱਕੜ ਬਚ ਜਾਵੇਗੀ, ਇਤਨੀ ਲੱਕੜ ਗਈ ਹੈ। ਗੋਇੰਦਵਾਲ ਉਚਿਤ ਹੈ ਚਲਬੋ। ਤੇ ਇਸ ਕਰਕੇ ਹੁਣ ਸਾਡਾ ਇੱਥੋਂ ਚਲੇ ਜਾਣਾ ਚੰਗਾ ਹੈ, ਵੀ ਹੁਣ ਗੋਇੰਦਵਾਲ ਚਲੇ ਜਾਈਏ। ਜਿਹੜੇ ਕੰਮ ਨੂੰ ਮਹਾਰਾਜ ਨੇ ਭੇਜਿਆ ਸੀ ਉਹ ਕਾਰਜ ਤਾਂ ਪੂਰਾ ਹੋ ਆਇਆ। ਦਰਸ ਹੈ ਸਤਿਗੁਰ ਪੰਕਜ ਪਾਏ। ਤੇ ਸਤਿਗੁਰਾਂ ਦੇ ਦਰਸ਼ਨ ਕਰਾਂਗੇ, ਮਹਾਰਾਜ ਦੇ ਚਰਨੀ ਪਵਾਂਗੇ। ਤਉ ਏਕ ਚਿੰਤਾ ਤਹਿ ਜੈ ਬੇ। ਪਰ ਫਿਰ ਵੀ ਜਾਣ ਤੇ ਪਹਿਲਾਂ ਭਾਈ ਸਾਵਣ ਮਲ ਜੀ ਦੇ ਮਨ ਵਿੱਚ ਇੱਕ ਗੱਲ ਦੀ ਚਿੰਤਾ ਹੈ। ਇਸ ਰਮਾਲ ਤੇ ਅਜਮਤਵਾਨ। ਇਹ ਸੋਚਦਾ ਹੈ ਭਾਈ ਸਾਵਣ ਮਲ ਜੀ ਕਿ ਇਹ ਰਮਾਲ ਕਰਕੇ ਮੇਰੇ ਪਾਸ ਇੰਨੀ ਸ਼ਕਤੀ ਕਰਾਮਾਤ ਹੈ। ਟਿਕ ਪਹੁੰਚੇ ਗੁਰ ਲੈ ਵਹਿਗੇ ਇਹੋ। ਅੱਜ ਜਦੋਂ ਮੈਂ ਗੋਇੰਦਵਾਲ ਮਹਾਰਾਜ ਦੇ ਪਾਸ ਚਲਾ ਜਾਊਂ ਤੇ ਮਹਾਰਾਜ ਨੇ ਰਮਾਲ ਜਿਹੜਾ ਦਿੱਤਾ ਹੈ ਤਾਂ ਵਾਪਸ ਲੈ ਲੈਣਾ, ਤੇ ਮੇਰੇ ਕੋਲ ਕੀ ਰਹਿ ਜਾਵੇਗਾ। ਇਹ ਮਨ ਵਿੱਚ ਵਿਚਾਰਾਂ ਕਰਦਾ ਹੈ। ਕਾਰਜ ਭਇਓ ਪੂਰ ਔਰ ਜਾਨ। ਕਿਉਂਕਿ ਮਹਾਰਾਜ ਨੇ ਜਾਣਨਾ ਵੀ ਰਮਾਲ ਇਸ ਕੰਮ ਵਾਸਤੇ ਦਿੱਤਾ ਸੀ ਜਿਸ ਵਾਸਤੇ ਉਹ ਪੂਰਾ ਹੋ ਗਿਆ ਹੈ। ਸ਼ਕਤਹੀਨ ਹੋਏ ਹਾਂ ਤਿਸ ਛਿਨ ਮਹਿ। ਉਹ ਸਮੇਂ ਮੈਂ ਸ਼ਕਤੀ ਤੋਂ ਹੀਣਾ ਹੋ ਜਾਵਾਂਗਾ। ਰਮਾਲ ਕਰਕੇ ਮੇਰੀ ਬੱਲੇ ਬੱਲੇ ਹੈ, ਜਦੋਂ ਮਹਾਰਾਜ ਨੇ ਲੈ ਲਿਆ ਵਾਪਸ ਤੇ ਮੈਂ ਖਾਲੀ ਹੋ ਜਾਵਾਂਗਾ ਸ਼ਕਤੀ ਤੋਂ। ਬਾਹਰ ਨ ਕਰਹਿ ਕੋ ਮਮ ਮਾਨ। ਤੇ ਬਾਹਰ ਉਸ ਤੋਂ ਬਾਅਦ ਕਿੰਨੇ ਮੇਰੇ ਪੈਰੀਂ ਪੈਣਾ ਹੈ, ਮੈਨੂੰ ਕਿਸੇ ਨੇ ਸਤਿਕਾਰ ਨਹੀਂ ਦੇਣਾ ਹੈ। ਵਡਿਆਈ ਗੁਰ ਕੀ ਤਬ ਵਿਦਤ ਹੈ। ਤੇ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਨੂੰ ਸਾਰੇ ਜਾਣਨਗੇ। ਗੁਰੂ ਅਮਰਦਾਸ ਦੀ ਜੈ ਜੈਕਾਰ ਹੋਣੀ ਹੈ। ਮੈਂ ਬਨ ਜਾਵਾਂ ਅਪਰ ਸਮਾਨ। ਤੇ ਮੈਂ ਤਾਂ ਬਣ ਜਾਵਾਂਗਾ ਜਿਵੇਂ ਦੂਜੇ ਸਿੱਖ ਇੱਥੇ ਤੁਰੇ ਫਿਰਦੇ ਆ ਗੋਇੰਦਵਾਲ ਸਾਹਿਬ, ਆਮ ਸਿੱਖਾਂ ਵਰਗਾ ਹੀ ਮੈਂ ਹੋ ਜਾਵਾਂਗਾ। ਇਹਾਂ ਰਹੇ ਹੀ ਬਨੇ ਬਾਰਤਾ। ਕਹਿੰਦੇ ਵੀ ਜੇ ਮੈਂ ਜਾਵਾਂ ਹੀ ਨਾ ਗੋਇੰਦਵਾਲ ਸਾਹਿਬ, ਇੱਥੇ ਹੀ ਰਹਿ ਲਵਾਂ ਤੇ ਫਿਰ ਗੱਲ ਬਣੀ ਰਹੇਗੀ, ਇਸੇ ਤਰ੍ਹਾਂ ਹੀ ਪੈਰੀ ਹੱਥ ਲੱਗਦੇ ਰਹਿਣਗੇ। ਪੂਜਹਿ ਲੋਕ ਬਿਲੋਕ ਮਾਨ। ਤੇ ਇੱਥੋਂ ਦੇ ਲੋਕ ਸਾਰੇ ਮੇਰੇ ਪੈਰੀ ਪੈਂਦੇ ਰਹਿਣਗੇ, ਮੇਰੀ ਸੇਵਾ ਹੋਈ ਜਾਵੇਗੀ। ਸੇਵਹਿ ਸਰਬ ਨਿਰਪਤ ਤੇ ਅਧਿਕ। ਆ ਰਾਜੇ ਤੋਂ ਵੀ ਵੱਡੇ ਵੱਡੇ ਜਿਹੜੇ ਆ ਉਹ ਮੇਰੇ ਚਰਨੀ ਪੈਂਦੇ ਰਹਿਣਗੇ। ਅਰਪਹਿ ਅਨੇਕ ਉਪਾਇ ਨ ਆਨ। ਤੇ ਅਨੇਕਾਂ ਤਰ੍ਹਾਂ ਦਾ ਜਿਹੜਾ ਵਾ ਲੀੜਾ ਕੱਪੜਾ ਹੋਰ ਨਾਨਾ ਪ੍ਰਕਾਰ ਦੀ ਵਸਤੂ ਮੈਨੂੰ ਭੇਟ ਕਰਦੇ ਰਹਿਣਗੇ। ਗੋਇੰਦਵਾਲ ਗਏ ਕਿਆ ਪ੍ਰਾਪਤ। ਗੋਇੰਦਵਾਲ ਜਾਇਆ ਕੀ ਰਹਿਣਾ ਪੱਲੇ, ਰਮਾਲ ਮਹਾਰਾਜ ਨੇ ਲੈ ਲੈਣਾ ਤੇ ਖਾਲੀ ਰਹਿ ਜਾਵਾਂਗਾ। ਬਣਿਓ ਰਹੋ ਇਹ ਗੁਰ ਇਸ ਹੀ ਥਾਨ। ਤੇ ਕਹਿੰਦਾ ਮਨ ਚ ਵੀ ਆਪਾਂ ਇੱਥੇ ਗੁਰੂ ਬਣੇ ਰਹਿੰਦੇ ਆ, ਉੱਥੇ ਗੋਇੰਦਵਾਲ ਸਾਹਿਬ ਜਾ ਕੇ ਕਰਨਾ ਹੀ ਕੀ ਹੈ, ਜਾਂਦੇ ਹੀ ਨਹੀਂ, ਇੱਥੇ ਹੀ ਵੱਡੇ ਬਣੇ ਰਹਿੰਦੇ ਹਾਂ ਪੂਜਨੀਕ। ਚਾਹੋ ਸੋ ਅਜਮਤ ਤੇ ਸਭ ਪਾਵਾਂ। ਕਿਉਂਕਿ ਮੈਨੂੰ ਜਾਣ ਦੀ ਹੁਣ ਲੋੜ ਹੀ ਨਹੀਂ, ਰਮਾਲ ਮੇਰੇ ਪਾਸ ਹੈ। ਜੇ ਕਿਸੇ ਵਸਤੂ ਦੀ ਲੋੜ ਹੋਈ ਵੀ ਤੇ ਝਟ ਵਿੱਚ ਹੀ ਮੈਂ ਇਸ ਰਮਾਲ ਤੋਂ ਹੀ ਸ਼ਕਤੀ ਨਾਲ ਹੀ ਪ੍ਰਾਪਤ ਕਰ ਲਵਾਂਗਾ। ਕੀਰਤ ਬਿਦਤ ਹੈ ਬਹੁਤ ਜਹਾਨ। ਔਰ ਮੇਰੀ ਵੱਡੀ ਵਡਿਆਈ ਸਾਰੇ ਸੰਸਾਰ ਵਿੱਚ ਦਿਨੋਂ ਦਿਨ ਵੱਧਦੀ ਜਾਵੇਗੀ। ਏਮ ਦ੍ਰਿੜ ਚਿਤ ਮਹਿ ਕਰ ਤਹਿ ਠਹਿਰਿਓ। ਭਾਈ ਸਾਵਣ ਮਲ ਜੀਆਂ ਮਨ ਵਿੱਚ ਪੱਕੀ ਬਣਾ ਲਈ ਗੱਲ ਵੀ ਹੁਣ ਨਹੀਂ ਜਾਣਾ ਗੋਇੰਦਵਾਲ ਸਾਹਿਬ, ਇੱਥੇ ਹੀ ਰਵਾਂਗੇ। ਇਹ ਵਿਚਾਰ ਕਰਕੇ ਹਰੀਪੁਰੀ ਰਹਿ ਪਏ ਹਨ। ਨਹਿ ਜਾਵੋ ਅਬ ਗੋਇੰਦਵਾਲ। ਹੁਣ ਅਸੀਂ ਗੋਇੰਦਵਾਲ ਨਹੀਂ ਜਾਵਾਂਗੇ ਵਾਪਸ। ਕਿਤਕ ਮਾਸ ਬਸਤੇ ਤਹਿ ਬੀਤੇ। ਕੁਝ ਕੁ ਮਹੀਨੇ ਸਾਧ ਸੰਗਤ ਜੀ ਭਾਈ ਸਾਵਣ ਮਲ ਜੀਆਂ ਨੂੰ ਇੱਥੇ ਹਰੀਪੁਰ ਰਹਿੰਦਿਆਂ ਜਦੋਂ ਬੀਤੇ ਐ। ਅੰਤਰ ਜਾਮੀ ਗੁਰੂ ਬੇਸਾਲ। ਇਧਰ ਗੁਰੂ ਅਮਰਦਾਸ ਜੀ ਮਹਾਰਾਜ ਅੰਤਰਜਾਮੀ ਹੈ, ਜਾਣਦੇ ਆ ਵੀ ਇਹ ਜਿਹੜੇ ਭਾਈ ਸਾਵਣ ਮਲ ਜੀ ਦੇ ਮਨ ਜਿਹੜਾ ਵਿਗੜ ਗਿਆ ਹੈ, ਮਨ ਕਰਕੇ ਇਹ ਮਾਣ ਕਰਨ ਲੱਗ ਗਏ ਆ, ਆਪਦੀ ਸਾਖੀ ਪੂਜਾ ਕਰਾਉਣ ਦੀ ਇੱਛਾ ਰੱਖਦੇ ਆ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਾਣ ਗਏ ਆ। ਜਾਣਿਓ ਚਿਤ ਵਿਕਾਰ ਜੋਤ ਤਿਸ ਕੋ। ਮਹਾਰਾਜ ਜਾਣ ਗਏ ਵੀ ਭਾਈ ਸਾਵਣ ਮੱਲ ਜੀ ਦਾ ਜਿਹੜਾ ਮਨ ਹੈ, ਚਿੱਤ ਹੈ, ਉਹ ਵਿਗਾੜ ਦੇ ਸਹਿਤ ਹੋ ਗਿਆ, ਭਾਵੇਂ ਵਿਗੜ ਗਏ ਹਨ ਮਨ ਕਰਕੇ। ਤਿਸ ਕੋ ਪਠਿਓ ਹੁਕਮਨਾਮਾ। ਤੋ ਮਹਾਰਾਜ ਨੇ ਇੱਥੋਂ ਫਿਰ ਗੋਇੰਦਵਾਲ ਸਾਹਿਬ ਤੋਂ ਸਿੱਖ ਦੇ ਹੱਥ ਹੁਕਮਨਾਮਾ ਲਿਖ ਭੇਜਿਆ ਹੈ। ਪਾਠ ਕਰ ਕੁਛ ਵਿਲਾਓ ਲੇਖ ਭੇਜਿਓ। ਤੇ ਇਹ ਭਾਈ ਸਾਵਣ ਮੱਲ ਜੀਆਂ ਪੜਿਆ, ਹੁਣ ਆਉਣ ਨੂੰ ਜੀ ਨਹੀਂ ਕਰਦਾ। ਮਹਾਰਾਜ ਨੇ ਹੁਕਮ ਭੇਜ ਦਿੱਤਾ ਵੀ ਵਾਪਸ ਆ ਜਾਓ, ਆਪਣਾ ਕਾਰਜ ਹੋ ਗਿਆ। ਇਹਨੇ ਫਿਰ ਅੱਗੋਂ ਕੋਈ ਵਲ ਛਲ ਜਿਹਾ ਕਰਕੇ ਲਿਖ ਭੇਜਿਆ ਹੈ। ਆਮਨ ਦੇਤ ਨਹੀਂ ਮਹਿਪਾਲ। ਕਹਿੰਦਾ ਮਹਾਰਾਜ ਮੈਂ ਤਾਂ ਆ ਜਾਣਾ ਸੀ, ਪਰ ਰਾਜਾ ਖਿਹੜੇ ਪਿਆ ਹੋਇਆ, ਇਹਨੂੰ ਮੈਨੂੰ ਆਉਣ ਨਹੀਂ ਦਿੰਦਾ ਹੈ। ਕੇਤਕ ਦਿਨ ਮਹਿ ਦਰਸ਼ਨ ਕਰਹਾ। ਔਰ ਕੁਝ ਕੁ ਦਿਨ ਮਹਾਰਾਜ ਮੈਂ ਰਹਿ ਕੇ ਇੱਥੇ, ਜਦੋਂ ਰਾਜਾ ਆਖੇਗਾ ਚੱਲ ਜਾਓ ਤੇ ਮੈਂ ਆਵਾਂਗਾ, ਤੁਹਾਡੇ ਦਰਸ਼ਨ ਕਰਾਂਗਾ। ਕੁਝ ਦਿਨ ਲੱਗਣਗੇ ਅਜੇ। ਸ਼੍ਰੀ ਸਤਿਗੁਰ ਸੁਨ ਜਾਨ ਬਲਾਓ। ਇਹ ਚਿੱਠੀ ਭੇਜ ਦਿੱਤੀ ਤੇ ਮਹਾਰਾਜ ਜੀ ਸੁਣ ਕੇ, ਪੜ੍ਹ ਕੇ ਚਿੱਠੀ ਜਿਹੜੀ ਹੈ ਨਾ ਇਹਦੀ ਭਾਈ ਜੀ ਦੀ, ਤੋਂ ਸੁਣ ਕੇ ਮਹਾਰਾਜ ਜੀ ਸਿੱਖ ਤੋਂ ਉਤਰੇ ਜਿਹੜਾ, ਤੇ ਜਾਣ ਗਏ ਆ ਵੀ ਇਹ ਵਲ ਛਲ ਕਰ ਰਹੇ ਹਨ। ਅਜਮਤ ਜੁਗਤ ਰਮਾਲ ਸਤਤ ਛਿਨ। ਤੋਂ ਮਹਾਰਾਜ ਜੀ ਜਾਣਦੇ ਆ ਵੀ ਇਹ ਵਡਿਆਈ ਦੀ ਇੱਛਾ ਰੱਖਦੇ ਆ। ਮਹਾਰਾਜ ਨੇ ਕੌਤਕ ਵਰਤਾਇਆ ਭਾਈ ਸਾਵਣ ਮੱਲ ਦਾ ਹੰਕਾਰ ਨਾਸ਼ ਕਰਨ ਵਾਸਤੇ। ਬੜੀ ਜਲਦੀ ਨਾਲ ਆਪਦੀ ਸ਼ਕਤੀ ਨਾਲ ਹੀ ਮਹਾਰਾਜ ਨੇ ਜਿਹੜਾ ਰੁਮਾਲ ਦਿੱਤਾ ਸੀਗਾ। ਗੋਇੰਦਵਾਲ ਚਾਹਿਓ ਚੱਲ ਆਓ। ਤੇ ਮਹਾਰਾਜ ਨੇ ਇੱਛਾ ਕੀਤੀ ਵੀ ਜਿਹੜਾ ਇਹ ਸਾਡਾ ਰੁਮਾਲ ਹੈ, ਇਹ ਜਿੱਥੋਂ ਆ ਗਿਆ ਇੱਥੋਂ ਇੱਥੇ ਹੀ ਵਾਪਸ ਆ ਜਾ, ਭਾਵ ਸਾਡੇ ਪਾਸ ਹੀ ਹੁਣੇ ਹੀ ਵਾਪਸ ਪਹੁੰਚ ਜਾ। ਇਹ ਰੁਮਾਲ ਨੂੰ ਮਹਾਰਾਜ ਜੀ ਸੱਦਾ ਭੇਜਿਆ ਜਾਂ ਇੱਛਾ ਕੀਤੀ ਆ। ਚਿਤਵਨ ਤੇ ਤੂਰ ਨਹੀਂ ਆਇਆ। ਤੇ ਮਹਾਰਾਜ ਨੂੰ ਸਾਧ ਸੰਗਤ ਜੀ ਕੀ ਹੈ, ਪਰਮੇਸ਼ਰ ਹਨ, ਜਦੇ ਯਾਦ ਕੀਤਾ ਉਹ ਝਾਟੀ ਰੁਮਾਲ ਮਹਾਰਾਜ ਦੇ ਹੱਥ ਆ ਗਿਆ ਹੈ। ਛੂਛੋ ਸਾਵਨ ਤਹਾਂ ਰਹਾਓ। ਤੇ ਉਹ ਸਾਵਣ ਮੱਲ ਰਹਿ ਗਿਆ ਲਪੋਟ ਸੰਗ ਕੱਲਾ ਹੀ ਉੱਥੇ ਹਰੀਪੁਰ ਦੇ ਵਿੱਚ। ਜਾਨ ਗੁਰੂ ਗਤ ਬਹੁਤ ਬਿਸੂਰਤ। ਤੇ ਜਾਣ ਗਿਆ ਵੀ ਮਹਾਰਾਜ ਨੇ ਸਾਡੇ ਨਾਲ ਕੌਤਕ ਕੀਤਾ। ਰੁਮਾਲ ਮਹਾਰਾਜ ਨੇ ਲੈ ਲਿਆ ਵਾਪਸ ਆਪਦਾ, ਤੇ ਬੜਾ ਝੁਰਦਾ ਹੈ, ਜਿਹੜਾ ਮਨ ਵਿੱਚ ਬੜਾ ਅਫਸੋਸ ਮਨਾਉਂਦਾ ਹੈ। ਮੈਂ ਕੁਕਰਮ ਹੀ ਲਿਓ ਕਮਾਓ। ਵੀ ਹੈ ਤਾਂ ਕੀਤਾ ਤਾਂ ਮੈਂ ਮਾੜਾ ਹੀ ਹੈ, ਕੁਕਰਮ ਹੀ ਕਮਾਉਣਾ ਕੀਤਾ ਹੈ। ਦਿਨ ਦੋਏ ਚਤਰ ਬਿਸੂਰਤ ਬੀਤੇ। ਦਿਨ ਰਾਤ ਹੀ ਨਾ ਇਹ ਭਾਈ ਸਾਵਣ ਮੱਲ ਜੀਆਂ ਦਾ ਝੋਰੇ ਵਿੱਚ ਲੰਘਦਾ ਹੈ। ਪੁਨ ਮਨ ਮਹਿ ਸਮਝਿਓ ਇਸ ਭਾਏ। ਤੇ ਫਿਰ ਭਾਈ ਸਾਵਣ ਮੱਲ ਜੀਆਂ ਮਨ ਵਿੱਚ ਇਹ ਵਿਚਾਰ ਕੀਤੀ ਹੈ, ਰਾਜਾ ਰਾਣੀ ਸਚਵੇ ਪ੍ਰਜਾ ਜੁਤ। ਵੀ ਮੈਂ ਇਉਂ ਕਰਦਾ ਵੀ ਰਾਜੇ ਤੇ ਰਾਣੀ ਸਮੇਤ ਸਾਰੀ ਜਿੰਨੀ ਇੱਥੋਂ ਦੇ ਲੋਕ ਜਨਤਾ ਹੈ, ਮੈਂ ਅਬ ਚੱਲਾਂ ਪਰਹਾਂ ਗੁਰ ਪਾਏ। ਤੇ ਮੈਂ ਇਹਨਾਂ ਨੂੰ ਨਾਲ ਲੈ ਜਾਵਾਂ ਤੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨੀ ਡਿੱਗ ਪਾਵਾਂ। ਭੂਲ ਕਰਾਂ ਬਖਸ਼ਾਵਣ ਸਗਰੀ। ਔਰ ਹੱਥ ਜੋੜ ਕੇ ਮਹਾਰਾਜ ਤੋਂ ਆਪਦੀ ਕੀਤੀ ਹੋਈ ਸਾਰੀ ਭੁੱਲ ਬਖਸ਼ਾ ਲਵਾਂ। ਵੀ ਮਹਾਰਾਜ ਮੈਥੋਂ ਮਾੜਾ ਹੋਇਆ ਜਿਹੜਾ ਮੈਂ ਤੁਹਾਡੇ ਕਹਿਣੇ ਤੋਂ ਬਾਹਰ ਹੋਇਆ ਹਾਂ। ਅਹੈ ਵਿਸਾਲ ਨਾ ਕੁਛ ਮੰਨ ਲਿਆਏ। ਤੇ ਕਹਿੰਦਾ ਭਾਈ ਸਾਵਣ ਮੱਲ ਜੀ, ਕਿਉਂਕਿ ਮਹਾਰਾਜ ਨੂੰ ਕੀ ਹੈ, ਉਹ ਉਹਨਾਂ ਮਨ ਚ ਕੀ ਲਿਆਉਣਾ, ਜੇ ਮੈਂ ਮੰਗਾਂਗਾ ਮਾਫੀ ਚਰਨੀ ਪਾਵਾਂਗਾ ਤੇ ਮਹਾਰਾਜ ਦਿਆਲੂ ਬਖਸ਼ ਦੇਣਗੇ। ਸਭ ਸੰਗਤ ਜੁਤ ਸ਼ਰਣੀ ਪਰਹਾਂ। ਮੈਂ ਸਾਰੀ ਸੰਗਤ ਦੇ ਸਮੇਤ ਹੀ ਮਹਾਰਾਜ ਦੇ ਚਰਨੀ ਪੈ ਜਾਵਾਂਗਾ। ਬਿਨਤੀ ਕਰਹਾ ਥਿਰ ਅਗਵਾਏ। ਤੇ ਫਿਰ ਅੱਗੇ ਹੋ ਕਰਕੇ ਮਹਾਰਾਜ ਦੇ ਚਰਨੀ ਬੇਨਤੀ ਕਰਾਂਗਾ ਵੀ ਤੁਹਾਡੇ ਚਰਨਾਂ ਵਿੱਚ ਹੀ ਅੱਗੇ ਤੋਂ ਰਹਾਂਗਾ। ਵੱਡਿਆਂ ਕੀ ਰਿਸ ਅਗਨੀ ਸਮਸਰ। ਕਿਉਂਕਿ ਵੱਡਿਆਂ ਦਾ ਗੁੱਸਾ ਤਾਂ ਅੱਗ ਵਰਗਾ ਹੁੰਦਾ, ਇੱਕੋ ਵਾਰੀ ਮੱਚਦਾ, ਕੁਝ ਸਮੇਂ ਵਿੱਚ ਹੀ ਬਹਿ ਜਾਂਦਾ ਹੈ। ਬਿਨੈ ਨੀਰ ਤੇ ਹੋਵਤ। ਤੇ ਇਸੇ ਤਰ੍ਹਾਂ ਵੱਡਿਆਂ ਦਾ ਗੁੱਸਾ ਅੱਗ ਵਰਗਾ ਹੁੰਦਾ, ਤੇ ਜਿਹੜੀ ਬੇਨਤੀ ਹੁੰਦੀ ਉਹ ਮਨ ਨੂੰ ਜਿਵੇਂ ਪਾਣੀ ਹੁੰਦਾ, ਅੱਗ ਤੇ ਪਾਣੀ ਪਾ ਦੇ ਬੁਝ ਜਾਂਦੀ ਹੈ ਨਾ। ਤੋ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁੱਸਾ ਕਾਹਦਾ ਹੈ, ਉਹ ਭਾਈ ਸਾਵਣ ਮੱਲ ਜੀ ਕਹਿੰਦੇ ਅੱਗ ਵਾਂਗੂ ਹੀ ਹੈ, ਅਸੀਂ ਬੇਨਤੀ ਕਰਾਂਗੇ, ਬੇਨਤੀ ਨੇ ਪਾਣੀ ਦਾ ਕੰਮ ਕਰਨਾ, ਭਾਵ ਮਹਾਰਾਜ ਜੀ ਰਿਸ ਛੱਡ ਦੇਣਗੇ। ਸ਼ਾਂਤ ਅਵਰ ਉਪਾਵ ਨਹੀਂ ਕੁਛ ਬਨ ਹੈ। ਤੇ ਸ਼ਾਂਤੀ ਆ ਜਾਵੇਗੀ, ਹੋਰ ਤਾਂ ਕੋਈ ਉਪਾਅ ਨਹੀਂ ਬਣਨਾ, ਮਹਾਰਾਜ ਦੇ ਪੈਰੀ ਪੈਣਾ ਹੀ ਬਣਦਾ ਹੈ। ਹੁਣ ਕਰਹਿ ਜੇ ਬਲ ਛਲ ਕ੍ਰਿਤ ਪਰ ਜਾਤ। ਤੇ ਜੇ ਵਲ ਛਲ ਕਰੀਏ ਤੇ ਮਨ ਨੂੰ ਅੱਗ ਤੇ ਜਿਵੇਂ ਘਿਓ ਪੈਂਦਾ, ਉਹ ਗੁੱਸਾ ਵੱਧ ਜਾਂਦਾ ਹੈ। ਜਦੋਂ ਵੀ ਹੁਣ ਸਾਧ ਸੰਗਤ ਜੀ ਗੁਰੂ ਕੇ ਦਰ ਘਰ ਦੇ ਨਾਲ ਕਾਹਦਾ ਖਾਲਸਾ ਜੀ, ਜੇ ਭੁੱਲ ਹੁੰਦੀ ਵੀ ਤੇ ਬਖਸ਼ਾ ਲਓ, ਜੇ ਕੋਈ ਮਾਫੀ ਮੰਗ ਲਵੇ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਕਿ ਧਰਤਾ ਰਾਜੂ ਤੋਲੀਆ ਨਿਵੈ ਸਗੌਰਾ ਹੋਏ। ਨਿਵਦਾ ਸਾਧ ਸੰਗਤ ਜੀ ਕਿਹੜਾ, ਤਕੜੀ ਦੇ ਵਿੱਚ ਜਦੋਂ ਤੋਲ ਪਾਈਏ, ਜਿਹੜਾ ਨਿਵਦਾ ਪਾਸ ਉਹੀ ਭਾਰਾ ਹੁੰਦਾ ਹੈ। ਔਰ ਜਿਸ ਤਰ੍ਹਾਂ ਜੇ ਕੋਈ ਜੀਵ ਤੋਂ ਭੁੱਲ ਹੁੰਦੀ ਹੈ, ਜੇ ਉਹ ਨਿਵ ਜਾਵੇ, ਜੇ ਭੁੱਲ ਹੋ ਜਾਵੇ, ਪਹਿਲੀ ਗੱਲ ਤਾਂ ਮਹਾਰਾਜ ਨੂੰ ਐਸਾ ਔਗਣ ਵੇਖਦੇ ਹੀ ਨਹੀਂ।
ਜੇ ਹੋਵੇ ਵੀ ਸਾਧ ਸੰਗ ਜੀ, ਅੱਗ ਹੀ ਹੈ ਬਲ ਰਹੀ ਸਾਡੇ ਕਰਮਾਂ ਸਦਕਾ। ਜਦੋਂ ਅਸੀਂ ਭੁੱਲ ਬਖਸ਼ਾਉਣੇ ਆ ਤੇ ਉਹ ਭੁੱਲ ਮਾਨੋ ਅੱਗ ਤੇ ਪਾਣੀ ਪੈਂਦਾ ਐ ਹੋ ਜਾਂਦੀ ਹੈ। ਅੱਗ ਬੁਝ ਗਈ, ਬੇਨਤੀ ਕਰਨ ਦੇ ਨਾਲ ਮਾਫੀ ਮਿਲ ਜਾਂਦੀ ਹੈ। ਪਰ ਜਦੋਂ ਉਲਟਾ ਚਤਰਾਈ ਕਰਦਾ ਨਾ ਕੋਈ, ਉਗੜ ਗਿਆ ਜੈਸੇ ਖੋਟਾ ਡਬੂਆ ਨਦਰ ਸਰਾਫਾ ਆਇਆ, ਅੰਤਰਜਾਮੀ ਸਭ ਕਿਛ ਜਾਣੇ ਉਸਤੇ ਕਹਾਂ ਛੁਪਾਇਆ। ਉਹਦੇ ਤੋਂ ਕੀ ਛੁਪਾਉਣਾ ਹੈ? ਜਦੋਂ ਜੀਵ ਵਲਛਲ ਕਰਦਾ ਹੈ, ਇੱਕ ਗਲਤੀ ਛੁਪਾਉਣ ਖਾਤਰ ਹੋਰ ਝੂਠ ਬੋਲਦਾ ਹੈ, ਛਲ ਕਰਦਾ ਹੈ ਗੁਰੂ ਦੇ ਨਾਲ, ਉਹ ਮਾਨੋ ਕਵੀ ਜੀ ਕਹਿੰਦੇ ਜਿਵੇਂ ਘਿਓ ਪਾ ਦੀ ਅੱਗ ਤੇ ਐਂ ਗੱਲ ਬਣਦੀ ਹੈ। ਉਹ ਹੋਰ ਉਲਟਾ ਕਰੋਪੀ ਸਹੇੜਨੀ ਪੈਂਦੀ ਹੈ। ਤੋ ਭਾਈ ਸਾਵਣ ਮਲ ਜੀ ਚਿੱਤ 'ਚ ਵਿਚਾਰ ਕਰਦੇ ਵੀ ਗੁਰੂ ਅਮਰਦਾਸ ਜੀ ਵੱਡੇ ਆ, ਉਹਨਾਂ ਦਾ ਗੁੱਸਾ ਅੱਗ ਵਰਗਾ ਔਰ ਸਾਡੀ ਬੇਨਤੀ ਪਾਣੀ ਵਰਗੀ ਹੈ, ਤੇ ਮੈਨੂੰ ਜਾਣਾ ਚਾਹੀਦਾ। ਜੇ ਅਸੀਂ ਇੱਥੇ ਕੁਝ ਸਮਾਂ ਹੋਰ ਰੁਕੇ ਜਾਂ ਝੂਠ ਬੋਲਾਂਗੇ ਤੇ ਸਮਝੋ ਅੱਗ ਤੇ ਘਿਓ ਪਾਉਣ ਦਾ ਅਸੀਂ ਆਪ ਕੰਮ ਕਰਾਂਗੇ। ਸਾਡੇ ਝੂਠ, ਸਾਡੇ ਵਲਛਲ ਅੱਗ ਤੇ ਘਿਓ ਪਾਉਣ ਦਾ ਕੰਮ ਕਰਨਗੇ। ਇਹ ਮਤ ਦ੍ਰਿੜ ਕਰ ਕਹਿਓ, ਇਹ ਮਤ ਮਨ ਵਿੱਚ ਮਤਾ ਪਕਾ ਕੇ ਦ੍ਰਿੜ ਪੱਕੀ ਕਰ ਲਈ ਹੈ। ਜਿਹੜਾ ਹੈ ਕਹਿਓ ਨਿਰਪਕੋ, ਨਿਰਪਤ ਕੋ ਕਿਹਾ, ਉਹ ਜਿਹੜਾ ਹੈ ਰਾਜਾ ਰਾਜੇ ਤਾਈਂ ਇਹ ਬੋਲਿਆ ਹੈ ਜਾ ਕਰਕੇ ਭਾਈ ਸਾਵਣ ਮਲ ਜੀ। ਹਮਾਰੇ ਵੱਡੇ ਤਹਾਂ ਅਬਦਾਤ, ਆਖਿਆ ਕਿ ਹੇ ਰਾਜਨ, ਸਾਡੇ ਜਿਹੜੇ ਵੱਡੇ ਵਡੇਰੇ ਹਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੀ। ਕਿਰਪਾ ਪਾਏ ਤਿਨ ਕੀ ਮੈਂ ਆਇਆ, ਉਹ ਗੋਇੰਦਵਾਲ ਸਾਹਿਬ ਰਹਿੰਦੇ ਆ ਤੇ ਉਹਨਾਂ ਦੀ ਕਿਰਪਾ ਪਾ ਕੇ ਅਰਮਾਲ ਲੈ ਕੇ ਜਾਂ ਉਹਨਾਂ ਦੀ ਦਇਆ ਸ਼ਕਤੀ ਲੈ ਕੇ ਮੈਂ ਤੇਰੇ ਪਾਸ ਆਇਆ ਸੀ। ਬਸਿਓ ਬਹੁਤ ਸਭ ਕੋ ਸੁਖ ਦਾਤ, ਉਹ ਗੋਇੰਦਵਾਲ ਸਾਹਿਬ ਵਸਦੇ ਆ ਤੇ ਸੁੱਖਾਂ ਦੀ ਦਾਤ ਦੇਣ ਵਾਲੇ ਆ। ਅਬ ਦਰਸ਼ਨ ਹਿਤ ਮੈਂ ਚੱਲ ਜਾਏ ਹਾਂ, ਔਰ ਮੈਂ ਉਹਨਾਂ ਦੇ ਦਰਸ਼ਨਾਂ ਵਾਸਤੇ ਇੱਥੋਂ ਵਾਪਸ ਉੱਥੇ ਗੋਇੰਦਵਾਲ ਸਾਹਿਬ ਜਾ ਰਿਹਾ ਹਾਂ। ਤੁਮ ਭੀ ਚੱਲ ਕਰ ਪਰਸਹ ਪਾਏ, ਤੇ ਸਾਡੀ ਇਹ ਸਲਾਹ ਹੈ ਰਾਜਨ ਵੀ ਤੁਸੀਂ ਵੀ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰੋ, ਉਹਨਾਂ ਦੇ ਚਰਨੀ ਪੈ ਜਾਓ। ਅਤ ਪੁਨੀਤ ਹੈ ਮਿਲਤ ਨਹ ਕੋ, ਕਿਉਂਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਿਹੜਾ ਮੇਲ ਮਿਲਾਪ ਹੈ ਉਹ ਬੜਾ ਹੀ ਪਵਿੱਤਰ ਹੈ। ਦਰਸ਼ਨ ਜਿਹੜੇ ਵਨ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਮਲ ਜਾਏ, ਜਾਂ ਜਨਮ ਮਰਨ ਦੁੱਖ ਕੱਟੀਐ। ਤੋ ਇਹ ਕਹਿੰਦੇ ਆ ਭਾਈ ਸਾਵਣ ਮਲ ਜੀ ਰਾਜਨ, ਜੇ ਤੁਸੀਂ ਮਹਾਰਾਜ ਦੇ ਦਰਸ਼ਨ ਕਰੋਗੇ ਬਹੁਤ ਲਾਭ ਹੋਵੇਗਾ। ਮਹਾਰਾਜ ਦੇ ਦਰਸ਼ਨ ਬੜੇ ਫਲ ਦੇਣ ਵਾਲੇ ਆ। ਲੋਕ ਪ੍ਰਲੋਕ ਭਲੋ ਹੋਏ ਜਾਏ, ਹਰ ਲੋਕ ਤੇ ਪਰਲੋਕ ਵਿੱਚ ਭਲਾ ਹੋ ਜਾਂਦਾ ਜਿਹੜਾ ਵੀ ਸਤਿਗੁਰਾਂ ਦੇ ਦਰਸ਼ਨ ਕਰ ਲਏ। ਉੱਤਮ ਅਧਿਕ ਅਕੋਰਨ ਕੋ ਲਿਹੋ, ਕਹਿੰਦੇ ਆ ਜਾਣੋ ਵੀ ਉੱਤਮ ਹਨ ਦਰਸ਼ਨ, ਜਾਂ ਉੱਤਮ ਅਕੋਰ ਜਿਹੜੀ ਕੋਈ ਵਸਤੂਆਂ ਲੈਣੀਆਂ ਚੰਗੀਆਂ ਸ਼੍ਰੇਸ਼ਟ ਵਸਤੂਆਂ ਮਹਾਰਾਜ ਦੇ ਦਰਸ਼ਨਾਂ ਦੀ ਭੇਟਾ ਵਾਸਤੇ ਮਹਾਰਾਜ ਦੇ ਚਰਨੀ ਭੇਂਟ ਕਰਨ ਨੂੰ ਲੈ ਜਾਵੋ। ਗੁਰ ਪ੍ਰਸੰਨਤਾ ਤੇ ਸੁਖ ਪਾਏ, ਤੇ ਗੁਰੂ ਦੀ ਖੁਸ਼ੀ ਲੈ ਲਓ, ਗੁਰੂ ਅਮਰਦਾਸ ਮਹਾਰਾਜ ਦੀ ਖੁਸ਼ੀ ਤੋਂ ਸੁਖ ਪ੍ਰਾਪਤ ਕਰੋ। ਸਭ ਰਣਵਾਸ ਸਚਿਵ ਅਰ ਸੈਨਾ, ਔਰ ਇਸ ਪ੍ਰਕਾਰ ਕਵੀ ਜੀ ਕਹਿੰਦੇ ਆ ਕਿ ਸਾਰੀਆਂ ਰਾਣੀਆਂ ਹੋਰ ਜਿੰਨੇ ਵੀ ਇਹਨਾਂ ਦੇ ਵਜ਼ੀਰ ਤੇ ਜਿੰਨੀ ਸੈਨਾ ਫੌਜ ਹੈ, ਪ੍ਰਜਾ ਲੋਕ ਸੰਗੈ ਸਮੁਦਾਏ, ਜਿੰਨੀ ਵੀ ਪ੍ਰਜਾ ਹੈ ਰਾਜੇ ਦੀ ਰਾਣੀਆਂ, ਜਿਹੜੇ ਜਨਤਾ ਆਮ ਜਨਤਾ, ਜਿਹੜੇ ਅਮੀਰ ਵਜ਼ੀਰ ਸੈਨਾ ਫੌਜ ਦੇ ਸਮੇਤ ਹੀ ਨਿਰਪ ਕਰ ਜੋਰੇ ਮਾਨ ਬਾਰਤਾ, ਤੇ ਘੋੜੇ ਜੋੜ ਲੈ ਤੇ ਨਿਰਪ ਜਿਹੜਾ ਵੈ ਨਾ ਇਉਂ ਚੱਲਿਆ ਰਾਜਾ ਸਮੇਤ ਸਾਰੀ ਫੌਜ ਦੇ ਸਭ ਸੈਨਾ ਦੇ। ਭਇਓ ਤਿਆਰ ਸਭ ਹੀ ਸੰਗ ਲੀਨ, ਸਾਰਿਆਂ ਨੂੰ ਨਾਲ ਲੈ ਲਿਆ ਹੈ, ਤਿਆਰ ਕੀਤਾ ਹੈ ਗੋਇੰਦਵਾਲ ਆਉਣ ਵਾਸਤੇ। ਸਾਵਣ ਮਲ ਹਿਤ ਸਿਵ ਕਾ ਦੀਨਸ, ਪਰ ਰਾਜੇ ਨੇ ਫੇਰ ਵੀ ਸਾਵਣ ਮਲ ਦਾ ਸਤਿਕਾਰ ਕੀਤਾ। ਸਾਵਣ ਮਲ ਜੀ ਵਾਸਤੇ ਸੋਹਣੀ ਪਾਲਕੀ ਸਜਾਉਣਾ ਕੀਤੀ ਹੈ। ਗਜ ਬਾਜੀ ਰਚ ਸਜ ਸਾਜਨ ਵੀਨ, ਹੋਰ ਭਾਰੀ ਜਿਹੜੇ ਵੈ ਹਾਥੀ ਹਨ, ਘੋੜੇ ਹਨ, ਸਾਜਵਾਜ ਜਿਹੜੇ ਵੈ ਬਹੁਤ ਭਾਰੀ ਨਵੇਂ, ਬਹਡੋਰੇ ਮਹਿਖੀ ਤੇ ਆਦਿਕ, ਤੇ ਬੜੇ ਜਿਹੜੇ ਪਾਲਕੀਆਂ ਔਰ ਮਹਿਖੀ ਕਹੀਏ ਜਿਹੜੀਆਂ ਮਈਆਂ ਨੂੰ ਕਹਿੰਦੇ ਵੈ, ਇਹ ਮਹਿਖੀ ਆਦਿਕ ਜਿਹੜੇ ਹਨ ਡੋਲੇ, ਹੋਰ ਪਟਰਾਣੀਆਂ ਜਾਂ ਜਿੰਨੇ ਵੀ ਜਾਂ ਜਿਹੜੀਆਂ ਪਟਰਾਣੀਆਂ ਹਨ ਉਹਨਾਂ ਵਾਸਤੇ ਜਿਹੜੇ ਡੋਲੇ ਤਿਆਰ ਕੀਤੇ ਗਏ ਆ। ਚੜ ਚਾਲੀ ਔਰ ਆਨੰਦ ਕੀਨ, ਰਾਣੀਆਂ ਡੋਲਿਆਂ ਤੇ ਚੜੀਆਂ, ਰਾਜੇ ਹਾਥੀਆਂ ਘੋੜਿਆਂ ਤੇ ਚੜ ਚੜ ਕੇ ਫੌਜ ਸਮੇਤ ਆ ਰਿਹਾ ਹੈ। ਭਇਓ ਉਮਾਹ ਸਭਨ ਕੇ ਮਨ ਮਹਿ, ਸਾਰਿਆਂ ਦੇ ਮਨ ਵਿੱਚ ਬਹੁਤ ਭਾਰੀ ਜਿਹੜਾ ਹੈ ਉਤਸ਼ਾਹ ਹੋ ਰਿਹਾ, ਆਨੰਦ ਹੋ ਰਿਹਾ ਹੈ। ਦਰਸ਼ਨ ਦੇਖਹਿ ਗੁਰੂ ਪ੍ਰਬੀਨ, ਸ਼੍ਰੇਸ਼ਟ ਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਾਰੇ ਪਹੁੰਚੇ ਆ।
ਸਨੇ ਸਨੇ ਸਭ ਮਾਰਗ ਉਲੰਘੇ ਹੌਲੀ ਹੌਲੀ ਚੱਲਦੇ ਚੱਲਦੇ ਹਰੀਪੁਰ ਤੋਂ ਤੁਰੇ ਤੇ ਇੱਥੇ ਸੱਚੇ ਪਾਤਸ਼ਾਹ ਦੇ ਚਰਨੀ ਪਹੁੰਚ ਰਹੇ ਆ। ਗੋਇੰਦਵਾਲਪੁਰੀ ਕੋ ਆਏ ਗੋਇੰਦਵਾਲ ਸਾਹਿਬ ਦੇ ਪਾਵਨ ਪਵਿੱਤਰ ਨਗਰ ਨੂੰ ਪਹੁੰਚ ਰਹੇ ਆ। ਨਦੀ ਬਿਪਾਸਾ ਕੇ ਤਟ ਉਤਰੇ ਆ ਕੇ ਨਦੀ ਦਾ ਜਿਹੜਾ ਕਿਨਾਰਾ ਬਿਆਸ ਦੇ ਕੰਢੇ ਤੇ ਰਾਜੇ ਨੇ ਉਤਾਰਾ ਕੀਤਾ ਹੈ। ਰਿਪ ਮਹਿਖੀ ਸੈਨਾ ਸਮੁਦਾਏ ਜਿਹੜੇ ਕੋਈ ਰਾਜਾ ਹੈ ਦੀਆਂ ਰਾਣੀਆਂ ਤੇ ਜਿੰਨੀ ਸੈਨਾ ਫੌਜ ਹੈ, ਧੀਰ ਦਿਲਾਸਾ ਦੇ ਕਰਤਬ ਹੀ ਇਹਨਾਂ ਸਾਰਿਆਂ ਨੂੰ ਧੀਰਜ ਦਿਲਾਸਾ ਦੇ ਕਰਕੇ ਸਾਵਣ ਮਲਪੁਰੀ ਪ੍ਰਸ਼ਵਾਏ ਤੇ ਸਾਵਣ ਮਲ ਜੀਆਂ ਇਹ ਇਧਰ ਪੁਰੀ ਵੱਲ ਨੂੰ ਲੈ ਆਂਦਾ ਹੈ, ਪ੍ਰਵੇਸ਼ ਕਰਾਇਆ ਹੈ। ਗੋਇੰਦਵਾਲ ਸਾਹਿਬ ਅੰਦਰ ਲੈ ਆਏ ਹੈ। ਮਿਲਿਓ ਮੇਲੀਅਨ ਸਿੱਖ ਸਭ ਸੰਗਤ ਤੇ ਸਾਰੀ ਸੰਗਤ ਮਿਲੀ ਹੈ, ਸਾਰੀ ਸੰਗਤ ਇਕੱਤਰ ਹੋਈ ਹੈ। ਸੰਗਤ ਕੁਸ਼ਲ ਪ੍ਰਸੰਨ ਕਰ ਔਰ ਹਰ ਖਾਏ ਤੇ ਸੰਗਤਾਂ ਇੱਕ ਦੂਜੇ ਨੇ ਵਿਸ਼ਰਾਮ ਨਹੀਂ ਲੱਗਾ। ਮਿਲਿਓ ਮੇਲੀਅਨ ਸਿੱਖ ਸਭ ਸੰਗਤ ਕੁਸ਼ਲ ਪ੍ਰਸ਼ਨ ਕਰ ਉਰ ਹਰ ਖਾਏ। ਤੋ ਇਹ ਹਿਰਦੇ ਵਿੱਚ ਬਹੁਤ ਇੱਕ ਦੂਜੇ ਨਾਲ ਹਾਲ ਚਾਲ ਪੁੱਛ ਕੇ ਸਿੱਖ ਸੰਗਤਾਂ ਇੱਕ ਦੂਜੇ ਦਾ ਹਾਲ ਪੁੱਛ ਕੇ ਦਰਸ਼ਨ ਮੇਲੇ ਕਰਕੇ ਬਹੁਤ ਖੁਸ਼ ਹੁੰਦੀਆਂ ਹਨ। ਪੁਨ ਸਤਿਗੁਰ ਕੇ ਦਰਸ਼ਨ ਕਾਰਨ ਉਸ ਤੋਂ ਬਾਅਦ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕੁਛ ਲਾਜ ਜੁਤ ਗਮਨਿਓ ਪਾਸ ਇਹ ਭਾਈ ਸਾਵਣ ਮਲ ਜੀ ਸ਼ਰਮਿੰਦਾ ਜਿਹਾ ਹੁੰਦਾ, ਕੁਝ ਸ਼ਰਮ ਜੀ ਵੀ ਮਨਾਉਂਦਾ ਔਰ ਸ਼ਰਮ ਜੀ ਮਨਾਉਂਦਾ ਹੋਇਆ ਭਾਈ ਸਾਵਣ ਮਲ ਮਹਾਰਾਜ ਦੇ ਦਰਸ਼ਨ ਕਰਨ ਗਿਆ ਹੈ। ਪਗ ਪੰਕਜ ਪਰ ਸਿਰ ਕੋ ਧਰ ਕਰ ਜਾਂਦਿਆਂ ਸਾਰ ਮਹਾਰਾਜ ਦੇ ਚਰਨਾਂ ਤੇ ਸੀਸ ਦੇ ਰੱਖ ਦਿੱਤਾ ਹੈ। ਕੀਨ ਬੰਦਨਾ ਭਾਉ ਪ੍ਰਕਾਸ਼ ਬੜਾ ਪ੍ਰੇਮ ਪ੍ਰਕਾਸ਼ ਕੀਤਾ, ਪ੍ਰੇਮ ਸਹਿਤ ਨਮਸਕਾਰ ਕੀਤੀ ਹੈ। ਮੈਂ ਰਾਬਰ ਕੋ ਸਿੱਖ ਅਰ ਸੁਤ ਸਮ ਤੇ ਬੋਲੇ ਭਾਈ ਸਾਵਣ ਮਲ ਜੀ, ਇਹ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ, ਮੈਂ ਤੁਹਾਡਾ ਸਿੱਖ ਹਾਂ ਔਰ ਮਹਾਰਾਜ ਤੁਹਾਡਾ ਭਤੀਆ ਹੋਣ ਦੇ ਨਾਂ ਤੇ ਤੁਹਾਡੇ ਪੁੱਤਰ ਦੇ ਵਰਗਾ ਹਾਂ। ਸੇਵਕ ਸਦਾ ਏਕ ਔਰ ਆਸ ਔਰ ਮਹਾਰਾਜ ਸੇਵਕ ਵੀ ਤੁਹਾਡਾ ਹਾਂ ਤੇ ਸਦਾ ਏਕ ਔਰ ਆਸ। ਮਹਾਰਾਜ ਮੈਂ ਤੁਹਾਡਾ ਪੁੱਤਰ, ਤੁਹਾਡਾ ਸਿੱਖ, ਤੁਹਾਡੇ ਪੁੱਤਰ ਦੇ ਸਦਰਸ ਤੁਹਾਡਾ ਗੋਲਾ ਲਾਲਾ ਤੇ ਕੇਵਲ ਮੇਰੇ ਮਨ ਵਿੱਚ ਤੁਹਾਡੀ ਹੀ ਦਰਸ਼ਨਾਂ ਦੀ ਤੁਹਾਡਾ ਹੀ ਆਸਰਾ ਹੈ। ਲਾਗ ਬਿਗਾਰ ਦੇ ਵੱਡੇ ਸੁਧਾਰ ਹੈ। ਮਹਾਰਾਜ ਜਦੋਂ ਛੋਟੇ ਕੋਈ ਭੁੱਲ ਕਰ ਲੈਂਦੇ ਵਿਗੜ ਜਾਂਦੇ ਆ ਤੇ ਵੱਡੇ ਉਹਨਾਂ ਨੂੰ ਸੁਧਾਰ ਲੈਂਦੇ ਆ। क्षमा कर है अपनो लख तास ਤੇ ਆਪਣਾ ਜਾਣ ਕੇ ਉਹਨਾਂ ਨੂੰ ਮਾਫ ਵੀ ਕਰ ਦਿੰਦੇ। ਵੱਡਿਆਂ ਦਾ ਮਹਾਰਾਜ ਜੀ ਸੁਭਾਅ ਹੁੰਦਾ, ਛੋਟੇ ਜੇ ਭੁੱਲ ਕਰ ਵੀ ਦਿੰਦੇ ਤੇ ਵੱਡੇ ਉਹਨਾਂ ਨੂੰ ਬਖਸ਼ ਦਿੰਦੇ ਆ। ਸਿੱਖਿਆ ਦੇਤ ਦੁਲਾਰਤ ਸਤ ਕੋ ਔਰ ਵਿਗੜਿਆਂ ਨੂੰ ਸਿੱਖਿਆ ਦੇ ਕੇ ਸੁਧਾਰ ਵੀ ਲੈਂਦੇ ਤੇ ਆਪਦੇ ਪਿਤਾ ਆਪਦੇ ਪੁੱਤਰ ਨੂੰ ਸੁਧਾਰ ਵੀ ਲੈਂਦਾ ਔਰ ਫਿਰ ਲਾਡ ਵੀ ਕਰਦਾ ਹੈ ਪਹਿਲਾਂ ਵਾਂਗਰ। ਅਬ ਗੁਣ ਮਨ ਮਹਿ ਧਰਹਿ ਨ ਕੋਇ ਆਪਦੇ ਪੁੱਤਰ ਦਾ ਜਾਂ ਵੱਡੇ ਛੋਟਿਆਂ ਦਾ ਕੋਈ ਔਗਣ ਮਨ ਵਿੱਚ ਨਹੀਂ ਚਿਤਾਰਦੇ ਵਿਚਾਰਦੇ ਆ। ਉਪਜਹ ਲਾਜ ਵੱਡਨ ਕੇ ਹੀ ਅਰੇ ਤੇ ਵੱਡਿਆਂ ਦੇ ਹਿਰਦੇ ਵਿੱਚ ਲਾਜ ਹੁੰਦੀ ਵੀ ਛੋਟੇ ਸਾਡੇ ਚਰਨੀ ਪੈਂਦੇ ਆ। ਸਿੱਖ ਸੇਵਕ ਸਤ ਖੋਟ ਜੇ ਹੋਏ ਮਹਾਰਾਜ ਕੋਈ ਸਿੱਖ ਹੋਵੇ, ਕੋਈ ਸੇਵਕ ਹੋਵੇ, ਜੇ ਕੋਈ ਪੁੱਤਰ ਵੀ ਹੋਵੇ, ਜੇ ਸੱਚੇ ਪਾਤਸ਼ਾਹ ਜੀ ਉਹ ਖੋਟਾ ਹੋ ਜਾਵੇ, ਕਿਤੇ ਵਿਗੜ ਜਾਵੇ, ਬਖਸ਼ ਹੈ ਖਤਾ ਬਿਰਦ ਨਿਜ ਚੰਨ ਹੈ। ਮਹਾਰਾਜ ਵੱਡੇ ਆਪਦਾ ਬਿਰਦ ਜਾਣ ਕੇ ਆਪਦਾ ਧਰਮ ਜਾਣ ਕੇ ਉਹਨਾਂ ਨੂੰ ਛੋਟੇ ਜਾਣ ਬਖਸ਼ ਦਿੰਦੇ ਆ। ਤੁਮ ਅੰਤਰਯਾਮੀ ਸਭ ਜੋਏ ਮਹਾਰਾਜ ਤੁਸੀਂ ਤਾਂ ਅੰਤਰਜਾਮੀ ਹੋ ਤੇ ਸਭ ਕੁਝ ਜਾਣੀ ਜਾਣ ਹੋ, ਜਾਣਨ ਵਾਲੇ ਹੋ, ਬੁੱਝਣ ਹਾਰੇ ਹੋ। ਕਹਾਂ ਕਹਾਂ ਤੁਮ ਜਾਣ ਹਸਕਰੀ ਮਹਾਰਾਜ ਕਿੱਥੋਂ ਤੱਕ ਦਸੀਏ ਤੁਹਾਨੂੰ, ਹੁਣ ਕੀ ਦੱਸਾਂ ਵੀ ਮੇਥੋਂ ਕੀ ਭੁੱਲ ਹੋਈ ਹੈ। ਬਸ ਆਪ ਸਭ ਕੁਝ ਜਾਣਦੇ ਹੋ। ਏਮ ਕਹਿ ਜੋਰ ਰਹਿਓ ਕਰ ਦੋਏ ਇਉਂ ਕਹਿ ਕੇ ਭਾਈ ਸਾਵਣ ਮਲ ਜੀਆਂ ਦੋਵੇਂ ਹੱਥ ਜੋੜ ਲਏ ਆ। ਸ਼੍ਰੀ ਸਤਿਗੁਰ ਮੁਸਕਾਨੇ ਪਿਖ ਤੇ ਕੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਹਾਸੇ ਭਾਈ ਸਾਵਣ ਮਲ ਜੀਆਂ ਨੂੰ ਚਰਨੀ ਵੀ ਫਿਰ ਵੀ ਸਿਆਣਾ ਵਗਿਆ ਸਾਧ ਸੰਗ ਜੀ ਅੰਤਲੇ ਸਮੇਂ ਭੁੱਲ ਬਖਸ਼ਾ ਲਈ। ਤੋ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਸਾਵਣ ਮਲ ਜੀ ਵੱਲ ਵੇਖ ਕੇ ਹੱਸੇ ਹਨ। ਕਿਰਪਾ ਸਿੰਧ ਕਰ ਕਿਰਪਾ ਬਖਾਨ ਤੇ ਮਹਾਰਾਜ ਕਿਰਪਾ ਦੇ ਸਮੁੰਦਰ ਹਨ ਤੇ ਕਿਰਪਾ ਕੀਤੀ ਹੈ ਸਤਿਗੁਰਾਂ ਨੇ। ਸਿੱਖ ਸੇਵਕ ਸਤ ਅਹੈ ਜੇ ਮੇਰੇ ਤੇ ਮਹਾਰਾਜ ਕਹਿੰਦੇ ਭਾਈ ਜਿਹੜੇ ਸਾਡੇ ਸਿੱਖ ਹੋਵੇ, ਕੋਈ ਸੇਵਕ ਹੋਵੇ ਤੇ ਚਾਹੇ ਪੁੱਤਰ ਹੋਵੇ ਸਾਡਾ, ਤਿਨ ਕੋ ਚਾਹ ਕਰਨ ਕਲਿਆਣ ਅਸੀਂ ਸਦਾ ਹੀ ਉਹਨਾਂ ਦਾ ਭਲਾ ਤੇ ਕਲਿਆਣ ਸੋਚਦੇ ਵੀ ਇਹਨਾਂ ਦਾ ਭਲਾ ਹੋਵੇ, ਇਹਨਾਂ ਦੀ ਕਲਿਆਣ ਹੋਵੇ, ਗਤ ਹੋਵੇ। ਤੋ ਮਨ ਮਹਿ ਹੰਕਾਰ ਬਿਆਧ ਪੀ ਪਰ ਗੱਲ ਇਹ ਹੈ ਸਾਵਣ ਮਲ ਪੁੱਤਰ ਵੀ ਤੁਸੀਂ ਹੰਕਾਰ ਕਰ ਗਏ ਸੀ ਮਨ ਦੇ ਵਿੱਚ ਤੇ ਹੰਕਾਰ ਦਾ ਰੋਗ ਤੁਹਾਨੂੰ
ਤੁਹਾਨੂੰ ਲੱਗ ਗਿਆ ਸੀ। ਤੇਸੋ ਹਰ ਬੇਹਿਤ ਇਮ ਕ੍ਰਿਤ ਠਾਨ। ਪਰ ਅਸੀਂ ਉਹਨੂੰ ਨਾਸ਼ ਕਰਨ ਦੇ ਵਾਸਤੇ ਵੀ ਤੁਹਾਡਾ ਜਿਹੜਾ ਮਨ ਨੂੰ ਹੰਕਾਰ ਦਾ ਰੋਗ ਹੋ ਗਿਆ ਸੀ, ਉਹਨੂੰ ਨਾਸ਼ ਕਰਨ ਵਾਸਤੇ ਅਸੀਂ ਇਹ ਸਾਰਾ ਕੌਤਕ ਕੀਤਾ ਹੈ। ਲਿਓ ਰੁਮਾਲਣ ਕਰ ਚਿਤ ਚਿੰਤਾ। ਜਿਹੜਾ ਇਹ ਮਨ ਵਿੱਚ ਤੁਸੀਂ ਹੰਕਾਰੀ ਹੋ ਗਏ ਸੀ, ਉਹ ਹੰਕਾਰ ਮਾਰਨ ਵਾਸਤੇ ਅਸੀਂ ਰੁਮਾਲ ਤੁਹਾਡੇ ਤੋਂ ਵਾਪਸ ਲਿਆ ਹੈ, ਜਿਸ ਦੀ ਚਿੰਤਾ ਤੁਸੀਂ ਮਨ ਵਿੱਚ ਕਰ ਰਹੇ ਹੋ। ਆਪ ਭੀ ਤੁਜ ਦੈ ਹੋ ਬਹੁਦਾਨ। ਪਰ ਹੁਣ ਵੀ ਤੁਹਾਨੂੰ ਅਸੀਂ ਦਾਨ ਦੇ ਰਹੇ ਹਾਂ ਉਸੇ ਹੀ ਰੁਮਾਲ ਦਾ। ਭਾਵ ਅਸੀਂ ਉਹ ਰੁਮਾਲ ਵਾਪਸ ਤੁਹਾਡਾ ਹੰਕਾਰ ਕਰਕੇ ਲਿਆ ਹੈ, ਉਦੋਂ ਤੁਹਾਥੋਂ ਥੋੜੀ ਲੈਣਾ ਸੀ। ਅਸੀਂ ਉਦੋਂ ਵੀ ਵਾਧੂ ਬਖਸ਼ਿਸ਼ਾਂ ਤੁਹਾਨੂੰ ਇਹੋ ਜਿਹੀਆਂ ਬੇਅੰਤ ਬਖਸ਼ਿਸ਼ਾਂ ਕਰ ਦੇਵਾਂਗੇ। ਦੇਸ਼ ਹਰੀ ਪਰ ਸਹਿਤ ਨਿਪਤ ਜਤ। ਲਓ ਹੇ ਪੁੱਤਰ ਜਾਂ ਹੇ ਸਿੱਖ ਜੋ ਹੈ ਉਹ ਸੁਣੋ ਕਿ ਅਸੀਂ ਤੁਹਾਨੂੰ ਰਾਜੇ ਦੇ ਸਮੇਤ ਸਾਰਾ ਇਲਾਕਾ ਜਿਹੜਾ ਹੈ, ਸਾਰੀ ਜਿਹੜੀ ਸੰਗਤ ਹੈ, ਇਹ ਸੰਗਤ ਸਗਰੀ ਤੁਝ ਦੀਨ। ਇਹ ਸਾਵਣ ਮਲ ਪੁੱਤਰ ਅਸੀਂ ਤੁਹਾਨੂੰ ਸਾਰਾ ਹੀ ਇਲਾਕਾ ਦਿੱਤਾ ਹੈ, ਸਾਰੀ ਇਧਰਲੀ ਸੰਗਤ ਦਿੱਤੀ। ਪਹਿਲੀ ਮੰਜੀ ਖਾਲਸਾ ਜੀ ਮਹਾਰਾਜ ਜੀ 22 ਮੰਜੀਆਂ ਸਥਾਪਿਤ ਕੀਤੀਆਂ ਸੀ। ਪਹਿਲੀ ਮੰਜੀ ਭਾਈ ਸਾਵਣ ਮਲ ਜੀ ਨੂੰ ਦਿੱਤੀ ਸੀ ਹਰੀਪੁਰ ਦੀ। ਤੋ ਕੁਝ ਮਹਾਰਾਜ ਜੀਆਂ ਫਿਰ ਪੀੜੇ ਵੀ ਸਥਾਪਿਤ ਕੀਤੇ ਸੀ, ਜਿਹੜੇ ਮਾਈਆਂ ਨੂੰ ਦਿੱਤੇ। ਅੱਗੇ ਉਹ ਪ੍ਰਸੰਗ ਆਵੇਗਾ ਸਾਰਾ ਮੱਥੋ ਮਰਾਰੀ ਦੇ ਜਿਵੇਂ ਪ੍ਰਸੰਗ ਆਉਂਦਾ, ਹੋਰ ਬੇਅੰਤ ਜਿਵੇਂ ਜਿਵੇਂ ਉਹ 22 ਮੰਜੀਆਂ ਕਿਹੜੇ ਕਿਹੜੇ ਸਿੱਖਾਂ ਨੂੰ ਮਹਾਰਾਜ ਨੇ ਕਿਹੜੇ ਘਰਾਣਿਆਂ ਵਿੱਚ ਦਿੱਤੀਆਂ। ਔਰ ਇਹ ਪਹਿਲੀ ਮੰਜੀ ਜਿਹੜੀ ਹੈ ਸਾਧ ਸੰਗਤ ਜੀ, ਇਹ ਭਾਈ ਸਾਵਣ ਮਲ ਜੀ ਨੂੰ ਦਿੱਤੀ। ਮਹਾਰਾਜ ਕਹਿੰਦੇ ਤੁਸੀਂ ਮਨ ਨਾ ਛੋਟਾ ਕਰੋ, ਤੋ ਤੁਹਾਨੂੰ ਅਸੀਂ ਇਦੋਂ ਵੀ ਵੱਧ ਵਰਸਾਵਾਂਗੇ। ਲਓ ਜਾਓ ਸਾਵਣ ਮਲ ਜੀ, ਤੁਹਾਨੂੰ ਅਸੀਂ ਇਹ ਸਾਰਾ ਇਲਾਕੇ ਦੀ ਸੰਗਤ ਸਾਰੀ ਤੁਹਾਡੇ ਅਸੀਂ ਲੜ ਲਾਈ ਹੈ। ਚਿਰੰਕਾਲ ਸੁਖ ਭੋਗਾ ਬਨ ਗੁਰ। ਲੰਮੇ ਸਮੇਂ ਵਿੱਚ ਉੱਥੇ ਗੁਰ ਕਹੀਏ ਸਤਿਕਾਰਯੋਗ ਜਿਹੜੇ ਨਾ ਪੂਜਨੀਕ ਹੋ ਕਰਕੇ ਉੱਥੇ ਸੁਖ ਭੋਗਣੇ ਕਰੋ ਹਰੀਪੁਰ ਦੀ ਰਿਆਸਤ ਵਿੱਚ। ਮੇਰੀ ਦਾਤ ਨ ਹੋਵਹਿ ਹੀਨ। ਤੇ ਜਿਹੜੀ ਅਸੀਂ ਤੁਹਾਨੂੰ ਦਾਤ ਦੇ ਦਿੱਤੀ ਕਦੇ ਮੁੱਕੇਗੀ ਨਹੀਂ, ਇਹ ਸਦਾ ਵਾਸਤੇ ਵੱਧਦੀ ਜਾਵੇਗੀ। ਰਹੋ ਕੁਸ਼ਲ ਸੋ ਸਭ ਕੁਛ ਪਾਵਹ। ਤੇ ਸਾਰਾ ਕੁਝ ਪ੍ਰਾਪਤ ਕਰੋਗੇ ਤੇ ਖੁਸ਼ੀ ਦੇ ਨਾਲ ਤੁਸੀਂ ਰਹੋ, ਆਨੰਦ ਮਾਣੋ। ਪੁਨ ਪਰਲੋਕ ਮੈਂ ਨਿਜ ਟਿਗ ਕੀਨ। ਪੁਨਾ ਫਿਰ ਇੱਥੇ ਹੀ ਸੁਖ ਨਹੀਂ, ਇੱਥੋਂ ਤਾਂ ਸੁਖ ਮਿਲਣਾ ਹੀ ਮਿਲਣਾ ਹੋਵੇਗਾ, ਪਰਲੋਕ ਵੀ ਤੁਹਾਡਾ ਸਫਲ ਹੋਵੇਗਾ। ਨਿਰਭੈ ਫਿਰਹਾ ਸਭ ਭੂਤ ਪ੍ਰੇਤ ਜੇ। ਤੇ ਬਾਕੀ ਸਾਵਣ ਮਲ ਜੀ ਬੇਫਿਕਰ ਨਿਰਭੈ ਨਿਡਰ ਹੋ ਕਰਕੇ ਫਿਰੋ, ਜਿੰਨੇ ਆ ਭੂਤ ਪ੍ਰੇਤ ਆਦਿਕ ਹਨ। ਡਾਕਣ ਆਦਿ ਤੋਹੇ ਅਧੀਨ। ਜਿਹੜੀਆਂ ਪਹਾੜਾਂ ਦੀਆਂ ਡੈਣ ਆਦਿਕ ਹਨ, ਸਭ ਤੁਹਾਡੇ ਅਧੀਨ ਕੀਤੀਆਂ ਹਨ, ਸਭ ਤੁਹਾਡੇ ਵੱਸ ਹੋਣਗੀਆਂ। ਗੁਪਤ ਰਹਿਤ ਜੇ ਸ਼ਕਤ ਜੁਗਤ ਵੱਡ। ਇਸ ਤੋਂ ਇਲਾਵਾ ਜਿਹੜੇ ਆ ਵੀਰ 52 ਆਦਿਕ ਹੋਰ ਜਿਹੜੇ ਆ ਨਾ, ਸਾਰੇ ਗੁਪਤ ਰਹਿਣ ਵਾਲੇ ਜੋ ਮਮ ਬਖਸ਼ਿਸ਼ ਤੇ ਤੁਝ ਟਿਕ ਜਾਏ। ਇਹ ਸਾਰੀ ਸਾਡੀ ਬਖਸ਼ਿਸ਼ ਕਰਕੇ ਤੁਹਾਡੇ ਚਰਨੀ ਰਿਹਾ ਕਰਨਗੇ, ਤੁਹਾਡੇ ਵਸ ਵਿੱਚ ਹੋਣਗੇ, ਅਧੀਨ ਹੋਣਗੇ। ਚਿਤ ਮਹਿ ਚਾਹ ਕਰਾਵਹ ਤਿਨ ਤੇ ਤੇ। ਇਹਨਾਂ ਤੋਂ ਜੋ ਵੀ ਕੰਮ ਚਾਹੋਗੇ ਚਿੱਤ ਵਿੱਚ ਉਹ ਕਰਕੇ ਦਿਆ ਕਰਨਗੇ, ਜੋ ਮਰਜ਼ੀ ਕੰਮ ਲਵੋ। ਨਹਿ ਆਗਿਆ ਕੋ ਸਕਹਿ ਮਿਟਾਏ। ਕੋਈ ਵੀ ਤੁਹਾਡਾ ਹੁਕਮ ਨੂੰ ਨਹੀਂ ਮੋੜ ਸਕੇਗਾ। ਨਿਸੋ ਦਿਨ ਸੇਵਹਿ ਸਗਰੇ ਤੋ ਕਹਾ। ਹਰ ਦਿਨ ਰਾਤ ਹੀ ਤੁਹਾਡੀ ਸੇਵਾ ਕਰਿਆ ਕਰਨਗੇ ਸਾਰੇ ਵੀਰ ਆਦਿਕ ਭੂਤ ਪ੍ਰੇਤ। ਮਮ ਸੇਵਾ ਤੇ ਇਹੋ ਫਲ ਪਾਏ। ਇਹ ਤੁਸੀਂ ਸਾਡੀ ਸੇਵਾ ਕੀਤੀ ਹੈ ਨਾ, ਘਰ ਬਣਾਉਣ ਵਾਸਤੇ ਲੱਕੜ ਲੈ ਕੇ ਆਏ ਹੋ, ਇਸ ਕਰਕੇ ਇਹ ਸੇਵਾ ਗੁਰੂ ਨਾਨਕ ਮਹਾਰਾਜ ਦੇ ਦਰ ਦੀ ਸੇਵਾ ਤੋਂ ਇਹ ਤੁਹਾਨੂੰ ਫਲ ਮਿਲ ਰਿਹਾ ਹੈ। ਬਨ ਗੁਰ ਚਰਨ ਪੁਜਾਵਹ ਸਭ ਤੇ। ਤੇ ਜਾਓ ਤੁਸੀਂ ਪੂਜਨੀਕ ਹੋ ਕਰਕੇ ਹਰੀਪੁਰ ਰਹਿ ਕੇ ਤੇ ਸਾਰਿਆਂ ਤੋਂ ਆਪਦੀ ਸੇਵਾ ਪੂਜਾ ਪ੍ਰਤਿਸ਼ਠਾ ਕਰਾ ਲਵੋ। ਅਪਰਣ ਸ਼ੰਕਾ ਕੁਛ ਮਨ ਲਿਆਏ। ਬਾਕੀ ਮਨ ਵਿੱਚ ਹੁਣ ਕੋਈ ਸ਼ੰਕਾ ਨਾ ਰੱਖਣਾ ਵੀ ਸ਼ਾਇਦ ਗੁਰੂ ਜੀ ਗੁੱਸੇ ਹੋਣਗੇ। ਸਾਨੂੰ ਕੋਈ ਚਿੰਤਾ ਨਹੀਂ, ਸਾਡਾ ਕੋਈ ਵੈਰ ਨਹੀਂ ਤੁਹਾਡੇ ਨਾਲ। ਮਮ ਰਮਾਲ ਤੇ ਸਿੱਧਾ ਸਗਰੀ। ਜਿਹੜੀਆਂ ਸਾਡੇ ਰਮਾਲ ਕਰਕੇ 18 ਸਿੱਧੀਆਂ ਹਨ, ਭਇਓ ਤੋਹੇ ਮਨ ਤਿਨ ਮਹਲੀਨ। ਤੁਹਾਡਾ ਮਨ ਉਹਨਾਂ ਵਿੱਚ ਲੀਨ ਹੋ ਗਿਆ ਸੀ। ਪਾਏ ਭਇਓ ਹੰਕਾਰ ਤਨਹਾ ਤੇ ਤੇ। ਸਿੱਧਾਂ ਤੁਹਾਡੇ ਪਾਸ ਆ ਗਈਆਂ ਸੀ, ਉਹ ਸਾਡੇ ਰਮਾਲ ਦੀ ਬਖਸ਼ਿਸ਼ ਕਰਕੇ ਤੇ ਤੁਸੀਂ ਸਿੱਧਾਂ ਦੇ ਵਿੱਚ ਹੀ ਲੀਨ ਜਿਹੜੀਆਂ ਰਿੱਧੀਆਂ ਸਿੱਧੀਆਂ ਵਿੱਚ ਪੈ ਗਏ ਸੀ, ਤੇ ਤੁਹਾਡਾ ਮਨ ਹੰਕਾਰੀ ਹੋ ਗਿਆ ਸੀ। ਭਗਤ ਪੰਥ ਤੇ ਹੋਇਆ ਹੀਨ। ਔਰ ਭਗਤੀ ਦਾ ਜਿਹੜਾ ਰਾਹ ਹੈ ਨਾ, ਉਹ ਛੱਡ ਦਿੱਤਾ ਸੀ ਤੁਸੀਂ। ਰਿੱਧੀਆਂ ਸਿੱਧੀਆਂ ਮਾੜੀਆਂ ਨਹੀਂ, ਸਾਵਣ ਮਲ ਤੁਸੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਤੇ ਫਿਰ ਤੁਸੀਂ ਭਗਤੀ ਕਰਨੀ ਛੱਡ ਦਿੱਤੀ, ਹੰਕਾਰੀ ਹੋ ਗਏ। ਗਤ ਪ੍ਰਲੋਕ ਬਿਗਰੇ ਹੈ ਤਿਨ ਤੇ। ਗੱਲ ਇਹ ਹੁੰਦੀ ਆ ਵੀ ਰਿੱਧੀਆਂ ਸਿੱਧੀਆਂ ਵਿੱਚ ਜਿਹੜਾ ਪੈ ਜਾਂਦਾ ਹੈ, ਰਿੱਧੀਆਂ ਸਿੱਧੀਆਂ ਨਾਲ ਸੰਸਾਰ ਵਿੱਚ ਤਾਂ ਆਪਦੀ ਵਡਿਆਈ ਕਰਾ ਲੈਂਦਾ ਹੈ, ਪਰ ਇਹ ਸਾਵਣ ਮਲ
ਗੱਲ ਇਹ ਵੈ ਵੀ ਪਰਲੋਕ ਵਿੱਚ ਜਾਇਆ ਉਹਦੇ ਪੱਲੇ ਕੱਖ ਨਹੀਂ ਰਹਿੰਦਾ, ਖਾਲੀ ਆਮ ਜਿਹੜੇ ਪਾਪੀਆਂ ਵਰਗਾ ਹੀ ਰਹਿ ਜਾਂਦਾ ਹੈ। ਜਾਂ ਤੇ ਮੈਂ ਸਭ ਲੀਨ ਸਛੀਨ। ਇਸ ਕਰਕੇ ਤੁਸੀਂ ਸਾਡੇ ਆਪਣੇ ਸਿੱਖ ਹੋ, ਸਾਡੇ ਚਰਨਾਂ ਦੇ, ਗੁਰੂ ਨਾਨਕ ਮਹਾਰਾਜ ਦੇ ਦਰ ਘਰ ਦੇ ਸਿੱਖ ਸੇਵਕ ਹੋ। ਇਸ ਲਈ ਅਸੀਂ ਤੁਹਾਥੋਂ ਸਾਰਾ ਕੁਝ ਹੀ ਖੋਹ ਲੈਣਾ ਕੀਤਾ ਸੀ। ਰੱਖਿਆ ਕਰੀ ਸਕਲ ਵਿਧ ਤੇ ਤਵ। ਅਸੀਂ ਤਾਂ ਤੁਹਾਡੀ ਸਭ ਪਾਸਿਓਂ ਰੱਖਿਆ ਕੀਤੀ ਵੀ ਸਾਡਾ ਸਿੱਖ ਪਰਲੋਕ ਦੇ ਵਿੱਚ ਖੱਜਲ ਨਾ ਹੋਵੇ। ਅਬ ਸਿਮਰਹ ਸਤਨਾਮ ਪ੍ਰਬੀਨ। ਹੁਣ ਤੁਹਾਨੂੰ ਸਭ ਕੁਝ ਅਸੀਂ ਵਾਪਸ ਦਿੱਤਾ, ਪਰ ਸੁਖ ਦੇਣ ਵਾਲਾ ਜਿਹੜਾ ਨਾਮ ਹੈ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸ਼ਕਤੀਆਂ ਤਾਂ ਹਨ ਪਰ ਨਾਮ ਜਪਣਾ ਨਹੀਂ ਕਦੇ ਛੱਡਣਾ ਹੈ। ਦੋਹਰਾ ਇਸ ਵਿਧ ਆਪਨੋ ਜਾਣ ਕੈ। ਉਹ ਕਵੀ ਜੀ ਕਹਿੰਦੇ ਇਸ ਪ੍ਰਕਾਰ ਆਪਣਾ ਗੁਰੂ ਅਮਰਦਾਸ ਜੀਆਂ ਇਹ ਆਪਣਾ ਸਿੱਖ ਜਾਣਿਆ ਭਾਈ ਜੀ ਨੂੰ। ਸੁਖ ਦੀਨ ਸਦੋਇ ਲੋਕ। ਪਰ ਭਾਈ ਸਾਵਣ ਮਲ ਜੀ ਨੂੰ ਦੋ ਲੋਕਾਂ ਦਾ ਸੁਖ, ਇਸ ਲੋਕ ਦਾ ਵੀ ਤੇ ਲੋਕ ਸੁਖੀਏ ਪਰਲੋਕ ਸੁਹੇਲੇ। ਇਹ ਮਹਾਰਾਜ ਜੀਆਂ ਦੋ ਜਹਾਨਾਂ ਦਾ ਸੁਖ ਭਾਈ ਸਾਵੜ ਮਲ ਜੀ ਨੂੰ ਬਖਸ਼ਿਆ ਹੈ। ਧੰਨ ਧੰਨ ਸ੍ਰੀ ਗੁਰ ਅਮਰ। ਧੰਨ ਹਨ ਧੰਨ ਹਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਸਿਮਰਹ ਕਰੈ ਅਸ਼ੋਕ। ਕਵੀ ਜੀ ਕਹਿੰਦੇ ਭਾਈ ਜਿਹੜਾ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਯਾਦ ਕਰੇ ਉਹਦੇ ਸਾਰੇ ਗਾਵਾਂ ਨੂੰ ਕੱਟ ਕਰਕੇ ਮਹਾਰਾਜ ਜੀ ਉਸ ਜੀਵ ਨੂੰ ਖੁਸ਼ੀਆਂ ਤੇ ਆਨੰਦਾਂ ਦੇ ਸਹਿਤ ਕਰ ਦਿੰਦੇ ਹਨ। ਆਨੰਦ ਗੁਰੂ ਤੇ ਪਾਇਆ ਤੋ ਇਹੋ ਜੀ ਦਇਆ ਕਰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਇਹ ਪਾਵਨ ਪਵਿੱਤਰ ਭਾਈ ਸਾਵਣ ਮਲ ਜੀਆਂ ਦਾ ਪ੍ਰਸੰਗ ਆਪਾਂ ਜਿਵੇਂ ਵਿਚਾਰਨਾ ਕੀਤਾ ਸੁਣਨਾ ਕੀਤਾ ਹੈ। ਅੱਗੇ ਖਾਲਸਾ ਜੀ ਰਾਜੇ ਨੇ ਹਰੀਪੁਰ ਵਸਣਾ ਜਾ ਕੇ ਵਾਪਸ ਭਾਈ ਸਾਵਣ ਮਲ ਜੀ ਫਿਰ ਨਾਲ ਗਏ ਸੀ। ਅੱਗੇ ਥੋੜਾ ਜਿਹਾ ਪ੍ਰਸੰਗ ਆਵੇਗਾ। ਅੱਗੇ ਜਥਾ ਉਹ ਮੱਥੋਂ ਜਿਹੜਾ ਵੈ ਸਾਧ ਸੰਗਤ ਸੱਚਣ ਸੱਚ ਦਾ ਪ੍ਰਸੰਗ ਜਿਹੜਾ ਕੁਝ ਆਵੇਗਾ ਉਹਦੇ ਬਾਬਤ ਆਪਾਂ ਜਿਵੇਂ ਮਹਾਰਾਜ ਬਖਸ਼ਿਸ਼ ਕਰਨੇ ਵਿਚਾਰਾਂ ਪੜ੍ਹਾਂ ਸੁਣਾਂਗੇ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਵਾਜ ਆਪ ਸਾਰੀ ਸੰਗਤ ਦੇ ਆਧਾਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਸ ਵਿਧ ਆਪਨੋ ਜਾਣ ਕੈ। ਸੁਖ ਦੀਨ ਸਦੋਇ ਲੋਕ। ਧੰਨ ਧੰਨ ਸ੍ਰੀ ਗੁਰ ਅਮਰ। ਸਿਮਰਹ ਕਰੈ ਅਸ਼ੋਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਇ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਾ ਸੋ ਸਿੰਘ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।